ਕੈਂਚ ਪੰਜਾਬੀ ਨਿਊਜ਼ ਤੇ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ ਦੋਸਤੋ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਲਵਪ੍ਰੀਤ ਸਿੰਘ ਵਿਰਕ ਤੇ ਤੁਸੀਂ ਅੱਜ ਜੁੜ ਚੁੱਕੇ ਹੋ ਕੈਂਚ ਪੰਜਾਬੀ ਦੇ ਸਪੈਸ਼ਲ ਬ੍ਰੌਡਕਾਸਟ ਤੇ ਅੱਜ ਦਰਸ਼ਕੋ ਅਸੀਂ ਉਸ ਮੁੱਦੇ ਤੇ ਗੱਲ ਕਰਾਂਗੇ ਜਿਸ ਮੁੱਦੇ ਦਾ ਕਾਫੀ ਬਵਾਲ ਮਚਿਆ ਹੋਇਆ ਪਿਛਲੇ 2-3 ਵੀਕਾਂ ਤੋਂ। ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਬਹੁਤ ਗੱਲਾਂ ਹੋ ਰਹੀਆਂ ਇਸ ਚੀਜ਼ ਬਾਰੇ ਤੇ ਅਸੀਂ ਉਹਨਾਂ ਚਿਰ ਇਸ ਚੀਜ਼ ਤੇ ਕੋਈ ਸਫਾਈ ਜਾਂ ਇਸ ਚੀਜ਼ ਤੇ ਕਮੈਂਟ ਨਹੀਂ ਕਰਨਾ ਚਾਹੁੰਦੇ ਸੀ ਜਿੰਨਾ ਚਿਰ ਸਾਡੇ ਕੋਲ ਪੁਖਤਾ ਸਬੂਤ ਨਹੀਂ ਆਉਂਦੇ ਸੀ ਤੇ ਕੁਝ ਪੁਖਤਾ ਜਾਣਕਾਰੀ ਨਹੀਂ ਆਉਂਦੀ ਸੀ ਜਿਹਦੇ ਬੇਸ ਤੇ ਅਸੀਂ ਕੋਈ ਗੱਲ ਕਰ ਸਕੀਏ। ਤੇ ਦਰਸ਼ਕੋ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਊਗਾ ਕਿ ਅੱਜ ਅਸੀਂ ਉਸ ਡਿਸਪਿਊਟ ਦੀ ਗੱਲ ਕਰ ਰਹੇ ਹਾਂ ਜੋ ਕਿ ਇੰਟੀਗ੍ਰਿਟੀ ਹੋਮਸ ਤੇ ਮਿਥੁਨ ਤਨੇਜਾ ਦੇ ਵਿੱਚ ਹੋਇਆ। ਦੱਸ ਦਿੰਦੇ ਹਾਂ ਕਿ ਮਿਥੁਨ ਤਨੇਜਾ ਇੱਕ ਇੰਟੀਗ੍ਰਿਟੀ ਹੋਮਸ ਦਾ ਕਸਟਮਰ ਸੀ ਜਿਹਨੇ ਆਪਣਾ ਹੋਮ ਬਿਲਡ ਕਰਨਾ ਸੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ, ਜਿਹਨੇ ਆਪਣੀ ਗ੍ਰਾਂਟ ਵੀ ਅਪਲਾਈ ਕੀਤੀ ਸੀ ਤੇ ਉਹਦੇ ਬਿਲਡਰ ਸੀ ਇੰਟੀਗ੍ਰਿਟੀ ਹੋਮਸ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਿਥੁਨ ਤਨੇਜਾ ਹੈ ਜੀ ਤੇ ਮੈਂ ਕੇਂਸ ਦਾ ਰਹਿਣ ਵਾਲਾ ਜੀ। ਅਤੇ ਜਿੱਦਾਂ ਕਿ ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ ਕਿ ਆਪਣਾ ਡਰੀਮ ਹਾਊਸ ਬਣਾਏ ਆਸਟ੍ਰੇਲੀਆ ਵਿੱਚ, ਇੱਦਾਂ ਹੀ ਮੈਂ ਵੀ ਇੱਕ ਡਰੀਮ ਲਿਆ ਸੀ ਅਤੇ ਮੇਰੇ ਕਿਸੇ ਫਰੈਂਡ ਨੇ ਮੈਨੂੰ ਰੈਕਮੈਂਡ ਕੀਤਾ ਕਿ ਇੰਟੈਗ੍ਰਿਟੀ ਨਿਊ ਹੋਮ ਬਹੁਤ ਵਧੀਆ ਬਿਲਡਰ ਨੇ ਅਤੇ ਮੇਰਾ ਇਹਨਾਂ ਨਾਲ ਇੱਦਾਂ ਹੀ ਕੰਟੈਕਟ ਹੋਇਆ। ਅਤੇ ਜਦੋਂ ਮੈਂ ਇਹਨਾਂ ਨਾਲ ਕੰਟੈਕਟ ਕੀਤਾ, ਇਹਨਾਂ ਨੇ ਮੈਨੂੰ ਥੋੜ੍ਹੀ ਚੀਜ਼ਾਂ ਐਕਸਪਲੇਨ ਕੀਤੀਆਂ ਕਿ ਪ੍ਰੋਸੈਸ ਆਫ ਦਾ ਬਿਲਡਿੰਗ ਐਂਡ ਐਵਰੀਥਿੰਗ। ਉਸ ਤੋਂ ਬਾਅਦ ਕੀ ਹੋਇਆ ਜੀ, ਜਦੋਂ ਅਸੀਂ ਇਹਨਾਂ ਕੋਲ ਗਏ ਕਿ ਸਾਡੀ ਰਿਕੁਆਇਰਮੈਂਟ ਦੇ ਲੈ ਕੇ ਅਤੇ ਇਹਨਾਂ ਨੂੰ ਐਕਸਪਲੇਨ ਕੀਤਾ ਕਿ ਅਸੀਂ ਕਿੱਦਾਂ ਦਾ ਘਰ ਚਾਹੁੰਦੇ ਹਾਂ, ਇਹਨਾਂ ਨੇ ਐਵਰੀਥਿੰਗ ਦੇ ਐਗਰੀ ਵਿਦ ਦਿਸ। ਉਸ ਤੋਂ ਬਾਅਦ ਕੀ ਹੋਇਆ ਜੀ, ਫਸਟਲੀ ਇਹਨਾਂ ਨੇ ਸਾਡੇ ਨਾਲ ਪ੍ਰੀਲਿਮਿਨਰੀ ਐਗਰੀਮੈਂਟ ਸਾਈਨ ਕੀਤਾ ਜਿਹਦਾ ਅਸੀਂ ਆਲਰੇਡੀ ਪੇ ਕਰ ਚੁੱਕੇ ਸੀ, ਜਿਹੜੇ ਕਿ ਕੋਸਟ ਸੀਗੀ ਡਰਾਫਟਿੰਗ ਦੀ ਅਤੇ ਕੰਟਰੈਕਟ ਅਤੇ ਸੋਇਲ ਟੈਸਟ ਵਾਸਤੇ ਅਸੀਂ ਉਹਨਾਂ ਨੂੰ ਆਪਣੀ ਵੱਲੋਂ ਪੇ ਕੀਤਾ, ਜਿਹਦਾ ਕਿ ਰਸੀਦਾਂ ਸਾਡੇ ਕੋਲ ਮੌਜੂਦ ਨੇ ਇਸ ਵਕਤ। ਅਤੇ ਕੰਟਰੈਕਟ ਸਾਈਨ ਹੋਣ ਤੋਂ ਬਾਅਦ ਸਾਡਾ ਫਾਈਨਲਾਈਜ਼ ਹੋਇਆ ਕਿ ਅਸੀਂ ਇਹਨਾਂ ਨਾਲ ਆਪਣਾ ਘਰ ਬਣਾਵਾਂਗੇ। ਇਸ ਤੋਂ ਬਾਅਦ ਦੀ ਪ੍ਰੋਸੈਸ ਵੱਲੋਂ ਜਦੋਂ ਇਹਨਾਂ ਨੇ ਸੋਇਲ ਟੈਸਟ ਲਿਆ ਸਾਡੀ ਲੈਂਡ ਦਾ ਅਤੇ ਉਹਦੇ ਵਿੱਚੋਂ ਕਲਾਸ ਨਿਕਲੀ ਪੀ, ਅਤੇ ਪੀ ਕਲਾਸ ਨਿਕਲਣ ਤੋਂ ਬਾਅਦ ਇਹਨਾਂ ਦੇ ਸੇਲਸ ਪਰਸਨ ਇੰਟੈਗ੍ਰਿਟੀ ਨਿਊ ਹੋਮ ਨੇ ਮੈਨੂੰ ਈਮੇਲ ਕੀਤੀ ਕਿ ਇਹਦੀ ਕੋਸਟ 5 to 7K ਐਕਸਟਰਾ ਕੋਸਟ ਸੋਇਲ ਟੈਸਟ ਰਿਪੋਰਟ ਅਟੈਚ। ਜਿੱਦਾਂ ਕਿ ਸਾਰੇ ਜਾਣਦੇ ਹਾਂ ਕਿ ਅਸੀਂ ਬਿਲਡਰ ਨਹੀਂ ਹਾਂ, ਤਾਂ ਹੀ ਆਪਾਂ ਨੂੰ ਬਿਲਡਰ ਦੀ ਅਸਿਸਟੈਂਟ ਚਾਹੀਦੀ ਹੈ। ਅਤੇ ਜਦੋਂ ਮੈਂ ਉਹਨਾਂ ਨੂੰ ਐਕਸਪਲੇਨ ਕਰਨ ਲਈ ਕਾਲ ਕੀਤੀ ਤਾਂ ਉਹਨਾਂ ਨੇ ਮੈਨੂੰ ਸਹੀ ਜਵਾਬ ਨਹੀਂ ਦਿੱਤਾ ਕਿ ਵਾਈ ਆਈ ਹੈਵ ਟੂ ਪੇ 5 to 7K ਐਕਸਟਰਾ। ਅਤੇ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਕਿ ਬਜਾਏ ਮੈਨੂੰ ਕਹਿਣ ਦੇ ਕਿ ਐਕਸਪਲੇਨਿੰਗ, ਉਹਨਾਂ ਨੇ ਮੇਰੇ 'ਤੇ ਡਾਊਟ ਕੀਤਾ ਕਿ ਜੇ ਤੁਸੀਂ ਖੁਸ਼ ਨਹੀਂ ਹੋ ਮੇਰੇ ਤੋਂ ਤਾਂ ਤੁਸੀਂ ਕਿਸੇ ਹੋਰ ਕੋਲ ਬਣਵਾ ਸਕਦੇ ਹੋ, ਤੁਸੀਂ ਮੇਰੇ 'ਤੇ ਡਾਊਟ ਕਰ ਰਹੇ ਹੋ। ਤਾਂ ਮੇਰਾ ਰਿਪਲਾਈ ਉਹਨਾਂ ਨੂੰ ਇਹੀ ਸੀ ਕਿ ਜੇ ਮੈਂ ਤੁਹਾਡੇ 'ਤੇ ਡਾਊਟ ਕਰ ਰਿਹਾ ਤਾਂ ਮੈਂ ਤੁਹਾਡੇ ਨਾਲ ਕੰਟਰੈਕਟ ਸਾਈਨ ਹੀ ਨਹੀਂ ਕਰਨਾ ਸੀ। ਬਟ ਆਮ ਦਾ ਕਸਟਮਰ, ਯੂ ਹੈਵ ਟੂ ਐਕਸਪਲੇਨ ਮੀ ਬਿਕੋਜ਼ ਆਮ ਦਾ ਵਨ ਪੇਇੰਗ ਫੋਰ ਇਟ। ਅਤੇ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੀ ਸਹੀ ਐਕਸਪਲੇਨ ਕਰਨ ਲਈ, ਅਤੇ ਉਹਨਾਂ ਨੇ ਮੈਨੂੰ ਬੈਕ ਆਫ ਕਰਨ ਲਈ ਕਿਹਾ ਅਤੇ ਕਿਹਾ ਕਿ ਤੁਸੀਂ ਆਪਣਾ ਕੰਟਰੈਕਟ ਬੈਕ ਆਫ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਅਤੇ ਮੈਂ $15,000 to $20,000 ਪਿੱਛੇ ਜ਼ਿਆਦਾ ਟੈਨਸ਼ਨ ਨਹੀਂ ਲੈ ਸਕਦਾ। ਤਾਂ ਮੇਰਾ ਰਿਪਲਾਈ ਇਸ ਨੂੰ ਲੈ ਕੇ ਇਹੀ ਸੀ ਕਿ ਮੈਂ ਤੁਹਾਡਾ ਸਟਿਲ ਕਸਟਮਰ ਹਾਂ ਅਤੇ ਤੁਸੀਂ ਮੇਰੇ ਨਾਲ ਇੱਦਾਂ ਨਹੀਂ ਬੋਲ ਸਕਦੇ, ਇਟਸ ਵੈਰੀ ਅਨਪ੍ਰੋਫੈਸ਼ਨਲ ਐਂਡ ਰੂਡ। ਅਤੇ ਉਹਨਾਂ ਨੇ ਕੀ ਕੀਤਾ ਕਿ ਮੇਰਾ ਫੋਨ ਕੱਟਤਾ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਐਕਸਪਲੇਨ ਨਹੀਂ ਕੀਤਾ ਕਾਹਦੇ ਲਈ ਮੈਨੂੰ 5 to 7K ਐਕਸਟਰਾ। ਅੰਟਿਲ ਨਾਓ ਦੇ ਡਿਡ ਨੋਟ ਸੈਂਡ ਮੀ ਐਨੀ ਈਮੇਲ। ਫਿਰ ਉਸ ਤੋਂ ਬਾਅਦ ਮੈਂ ਕੀ ਕੀਤਾ ਕਿ ਇਹਨਾਂ ਨੂੰ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ 5 to 6 days, ਬਟ ਉਹਨਾਂ ਨੇ ਕੋਈ ਵੀ ਰਿਪਲਾਈ ਨਹੀਂ ਕੀਤਾ। ਜਦ ਕਿ ਉਹਨਾਂ ਨੂੰ ਰਿਪਲਾਈ ਕਰਕੇ ਮੈਨੂੰ ਐਕਸਪਲੇਨ ਕਰਨੀ ਚਾਹੀਦੀ ਸੀ ਐਜ਼ ਅ ਕਸਟਮਰ ਆਈ ਹੈਵ ਦਾ ਰਾਈਟਸ ਟੂ ਆਸਕ ਐਨੀ ਕੁਐਸਚਨ, ਬਟ ਉਹਨਾਂ ਨੇ ਮੈਨੂੰ ਐਕਸਪਲੇਨ ਨਹੀਂ ਕੀਤਾ। ਅਤੇ ਉਸ ਤੋਂ ਬਾਅਦ ਮੈਨੂੰ ਡਾਊਟ ਹੋਇਆ ਕਿ ਇੰਟੈਗ੍ਰਿਟੀ ਨਿਊ ਹੋਮ ਦੇ ਨਾਲ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਆਪਣਾ ਘਰ ਬਣਾਉਣਾ ਚਾਹੀਦਾ। ਫਿਰ ਮੈਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਮਿਲਣ ਤੋਂ ਬਾਅਦ 5-6 ਡੇ ਤੋਂ ਬਾਅਦ ਇਹਨਾਂ ਦੇ ਮੈਂ ਆਫਿਸ ਗਿਆ ਅਤੇ ਇਹਨਾਂ ਨਾਲ ਗੱਲ ਹੋਈ ਅਤੇ ਸਾਡੀ ਕਨਵਰਸੇਸ਼ਨ ਵਧੀਆ ਨਹੀਂ ਗਈ ਜ਼ਿਆਦਾ। ਅਤੇ ਇਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਨਹੀਂ ਬਈ ਜਿਹੜਾ ਬੰਦਾ ਸਾਨੂੰ ਐਕਸਪਲੇਨ ਹੀ ਨਹੀਂ ਕਰ ਸਕਦਾ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ, ਸੋ ਵੀ ਕਾਂਟ ਟਰਸਟ ਦੈਟ ਪਰਸਨ ਟੂ ਕੰਟੀਨਿਊ ਬਿਲਡਿੰਗ ਆਵਰ ਹਾਊਸ। ਅਤੇ ਉਸ ਤੋਂ ਬਾਅਦ ਸਾਡਾ ਮਨ ਬਣਿਆ ਕਿ ਨਹੀਂ, ਅਸੀਂ ਨਹੀਂ ਕਰ ਸਕਦੇ ਇਹਨਾਂ ਨਾਲ। ਫਿਰ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਸਾਡਾ ਕੰਟਰੈਕਟ ਟਰਮੀਨੇਟ ਕਰ ਦਿਓ, ਅਸੀਂ ਇਹਨਾਂ ਨੂੰ ਈਮੇਲ ਸੈਂਡ ਕੀਤੀ ਅਤੇ ਈਮੇਲ ਸੈਂਡ ਕਰਨ ਤੋਂ ਬਾਅਦ ਇਹਨਾਂ ਦਾ 3-4 ਦਿਨਾਂ ਬਾਅਦ ਰਿਪਲਾਈ ਆਇਆ ਕਿ ਯੂ ਹੈਵ ਟੂ ਪੇ $11,880 ਫॉर ਐਡਮਿਨ ਚਾਰਜਿਸ ਐਂਡ ਬਿਲਡਰ ਟਾਈਮ, ਲੋਸ ਆਫ ਬਿਲਡਰ ਟਾਈਮ।
ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਮੇਰੀ ਲੈਂਡ ਸੈਟਲ ਨਹੀਂ ਹੋਈ, ਮੇਰੀ ਲੈਂਡ ਸੈਟਲਮੈਂਟ ਸੀਗੀ ਜੁਲਾਈ ਦੇ ਵਿੱਚ, ਤਾਂ ਤੁਸੀਂ ਕੀ ਮੈਨੂੰ ਐਕਸਪਲੇਨ ਕਰ ਸਕਦੇ ਹੋ ਕਿ ਜੁਲਾਈ ਦੇ ਵਿੱਚ ਜਿਹੜੀ ਮੇਰੀ ਲੈਂਡ ਸੈਟਲਮੈਂਟ ਹੋਣੀ ਹੈ ਕਿਸ ਟਾਈਪ ਦਾ ਵਰਕ ਤੁਸੀਂ ਮੇਰੀ ਲੈਂਡ ਤੇ ਕੀਤਾ ਕਿ ਤੁਸੀਂ ਮੈਨੂੰ $11,880 ਚਾਰਜ ਕਰ ਰਹੇ ਹੋ। ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। 3-4 ਵਾਰੀ ਮੈਂ ਇਹਨਾਂ ਨੂੰ ਈਮੇਲ ਕੀਤੀ, ਨੋ ਰਿਪਲਾਈ ਐਟ ਆਲ। ਫਿਰ ਮੇਰੇ ਕੋਲ ਕੋਈ ਚੋਇਸ ਨਹੀਂ ਰਹੀ ਕਿ ਮੈਨੂੰ ਆਈ ਹੈਵ ਟੂ ਰਿਪੋਰਟ them to QBCC which is Queensland Building Construction Company। they handle all the complaints। ਇਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਕੰਪਲੇਂਟ ਕੀਤੀ ਤਾਂ ਸਟਿਲ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ 3-4 ਵੀਕਸ। then I contacted one of his business partner to settle with him but he doesn't want to give me any termination। ਉਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਜਿਹੜਾ ਬੰਦਾ ਸਾਨੂੰ terminate ਵੀ ਨਹੀਂ ਕਰ ਸਕਦਾ ਤੇ and we find out with a different company it's called bullying। they were sending me a bullying invoice। ਉਹਨਾਂ ਨੇ ਮੈਨੂੰ 11,880 ਦੀ ਇਨਵੋਇਸ ਦੀ ਤੇ 5 to 7K ਐਕਸਟਰਾ ਦੀ ਹਜੇ ਤੱਕ ਵੀ ਐਕਸਪਲੇਨ ਨਹੀਂ ਕਰ ਪਾਏ, ਜਿਸ ਕਰਕੇ ਮੈਨੂੰ ਇਹਨਾਂ ਨੂੰ ਮੀਡੀਆ ਤੇ ਲੈ ਕੇ ਜਾਣਾ ਪਿਆ। ਤੇ ਇਸ ਵਕਤ ਜਦੋਂ ਮੈਂ ਇਹਨਾਂ ਨੂੰ ਰਿਪੋਰਟ ਕਰ ਦਿੱਤੀ ਕੇਨਸ ਪੋਸਟ ਦੇ ਵਿੱਚ, ਤਾਂ ਇਹਨਾਂ ਨੇ ਕੀ ਕੀਤਾ, 10 ਮਿੰਟਾਂ ਬਾਅਦ ਹੀ ਇਹਨਾਂ ਨੇ ਮੇਰੀ ਇਨਵੋਇਸ ਵੀ ਵੋਇਡ ਕਰਤੀ ਤੇ ਮੇਰਾ ਕੰਟਰੈਕਟ ਵੀ ਟਰਮੀਨੇਟ ਕਰ ਦਿੱਤਾ। ਹਜੇ ਤੱਕ ਵੀ ਮੈਂ ਇਹਨਾਂ ਸੋਚਣ 'ਚ ਪਿਆ ਕਿ ਇਹਨਾਂ ਨੇ ਮੈਨੂੰ ਐਕਸਪਲੇਨ ਨਹੀਂ ਕੀਤਾ ਤੇ ਜਿਨ੍ਹਾਂ ਕਰਕੇ ਮੇਰੀ ਹੋਮ ਬਿਲਡਿੰਗ ਗ੍ਰਾਂਟ ਚਲੀ ਗਈ, ਕਿਉਂਕਿ ਮੇਰੀ ਹੋਮ ਬਿਲਡਿੰਗ ਗ੍ਰਾਂਟ ਦੀ ਜਿਹੜੀ ਡੈਡਲਾਈਨ ਸੀ ਉਹ 14 ਅਪ੍ਰੈਲ ਸੀ ਤੇ ਮੈਂ ਇਹਨਾਂ ਨਾਲ 22 ਮਾਰਚ ਨੂੰ ਸਾਈਨ ਕੰਟਰੈਕਟ ਕੀਤਾ ਸੀ। ਤੇ ਇਹਨਾਂ ਨੂੰ they are very well aware of that if I don't go with them I will lose my home building grant। ਇਹਨਾਂ ਨੇ ਮੈਨੂੰ ਈਮੇਲ ਵਿੱਚ ਵੀ ਇਹ ਮੈਂਸ਼ਨ ਕੀਤਾ ਸੀ but I have no choice if your builder is ripping you off I can't continue building my house with that person। ਤੇ ਜਦੋਂ ਮੈਂ ਆਪਣੀ ਸੋਇਲ ਟੈਸਟ ਨੂੰ ਲੈ ਕੇ ਮੈਂ ਕਿਸੇ ਦੂਜੇ ਬਿਲਡਰ ਕੋਲ ਗਿਆ ਤੇ ਆਪਣੀ ਸੋਇਲ ਟੈਸਟ ਦੀ ਰਿਪੋਰਟ ਵੈਰੀਫਾਈ ਕਰਵਾਈ ਤਾਂ ਉਹ P ਦੀ ਜਗ੍ਹਾ M ਨਿਕਲੀ। ਇਹ ਸਿੱਧਾ ਹੀ ਫਰੋਡ ਹੈ। ਇਸ ਤੋਂ ਇਲਾਵਾ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੇ ਕੋਲ 2 ਰਿਪੋਰਟਾਂ ਪਈਆਂ ਨੇ, ਜਿਹੜੀ ਕਿ ਇੱਕ ਇਹਨਾਂ ਦੀ ਜਿਹੜੀ ਕਿ ਇਹਨਾਂ ਨੇ ਮੇਰੇ ਕੋਲ 5 to 7K ਐਕਸਟਰਾ ਮੰਗੇ ਪੈਸੇ, ਜਿਹੜੇ ਕਿ ਈਮੇਲ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ, ਤੇ ਪਲੱਸ ਜਿਹੜੇ ਕਿ ਮੇਰੇ ਕੋਲ ਦੂਜੀ ਰਿਪੋਰਟ ਪਈ ਹੈ which clearly shows that I don't have to pay anything extra। the soil test report come as M not P। ਤੇ ਹਜੇ ਤੱਕ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਕਰਕੇ ਹੀ ਮੇਰਾ ਕਾਫੀ ਨੁਕਸਾਨ ਹੋਇਆ। ਮੈਂ ਇਹਨਾਂ ਕੋਲ ਇਸੇ ਕਰਕੇ ਗਿਆ ਸੀ ਕਿ ਮੈਂ ਆਪਣੇ ਪੰਜਾਬੀ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਸੀ। ਠੀਕ ਹੈ, ਇਹ ਨਵੇਂ ਸੀਗੇ ਬਿਜ਼ਨਸ ਦੇ ਵਿੱਚ, ਮੈਂ ਚਾਹੁੰਦਾ ਸੀ ਚਲੋ ਠੀਕ ਹੈ ਕੋਈ ਗੱਲ ਨਹੀਂ, ਪੈਸੇ ਤਾਂ ਮੈਂ ਵੈਸੇ ਵੀ ਲਾਣੇ ਆ ਕਿਤੇ ਨਾ ਕਿਤੇ ਘਰ ਬਣਾਉਣ ਲਈ। ਮੈਂ ਸੋਚਿਆ ਕਿ ਆਪਣੇ ਪੰਜਾਬੀ ਲੋਕਾਂ ਦੀ ਕਿਉਂ ਨਾ ਹੈਲਪ ਕੀਤੀ ਜਾਏ। ਗਵਰਨਮੈਂਟ ਲੋਕਾਂ ਨੂੰ ਐਨਕਰੇਜ ਕਰਦੀ ਹੈ ਕਿ ਗ੍ਰਾਂਟ ਦੇ ਕੇ ਕਿ ਤੁਸੀਂ ਆਪਣਾ ਘਰ ਬਣਾਓ, ਬਟ ਬਿਲਡਰ ਲਾਈਕ ਇੰਟੈਗ੍ਰਿਟੀ ਨਿਊ ਹੋਮ they are putting them down। they are saying that don't build your house it becomes a nightmare। ਇਹ ਮੇਰੇ ਲਈ ਨਾਈਟਮੇਅਰ ਬਣ ਚੁੱਕਿਆ ਤੇ ਮੈਂ ਬਹੁਤ ਸਟ੍ਰੈਸ ਵਿੱਚ ਹਾਂ ਇਸ ਵਕਤ। ਜੋ ਮੇਰਾ ਨੁਕਸਾਨ ਹੋਇਆ ਮੈਂ ਨਹੀਂ ਚਾਹੁੰਦਾ ਕਿ ਕਿਸੇ ਲੋਕਾਂ ਨਾਲ ਹੋਏ। ਤਾਂ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਹੈ, ਜਦੋਂ ਵੀ ਆਪਣਾ ਬਿਲਡਰ ਚੂਜ਼ ਕਰੋ ਚੂਜ਼ ਵਾਈਜ਼ਲੀ। I have done the mistake I don't want this happen to anyone। thank you। ਸਤਿ ਸ਼੍ਰੀ ਅਕਾਲ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇੰਟੀਗ੍ਰਿਟੀ ਹੋਮਸ ਦੇ ਮੈਨੇਜਰ ਡਾਇਰੈਕਟਰ ਨਾਲ TJ ਨਾਲ, ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕੁ ਸੱਚਾਈ ਹੈ ਇਸ ਵਿੱਚ ਤੇ ਕਿੱਥੇ ਇੰਟੀਗ੍ਰਿਟੀ ਹੋਮਸ ਤੋਂ ਵੀ ਕਮੀ ਰਹਿ ਚੁੱਕੀ ਹੈ। ਆਓ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ TJ ਸਿੰਘ ਦੀ। ਸਵਾਗਤ ਹੈ ਜੀ ਤੁਹਾਡਾ ਕੇਂਸ ਪੰਜਾਬੀ ਨਿਊਜ਼ ਤੇ। ਸਭ ਤੋਂ ਪਹਿਲਾਂ ਸਾਡਾ ਸਵਾਲ ਇਹੀ ਹੈ ਕਿ ਇੰਟੀਗ੍ਰਿਟੀ ਹੋਮਸ ਤੇ ਮਿਥੁਨ ਤਨੇਜੇ ਦਾ ਜੋ ਡਿਸਪਿਊਟ ਹੋਇਆ, ਇਹ ਜਿਹੜਾ ਬਵਾਲ ਹੋਇਆ, ਇਹ ਸ਼ੁਰੂ ਕਿੱਦਾਂ ਹੋਇਆ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਧੰਨਵਾਦ ਕੇਂਸ ਪੰਜਾਬੀ ਨਿਊਜ਼ ਨੂੰ ਸਾਨੂੰ ਇਹ ਪਲੇਟਫਾਰਮ ਦੇਣ ਦਾ, ਤਾਂ ਕਿ ਅਸੀਂ ਆਪਣੀ ਸਟੋਰੀ ਵੀ ਦੱਸ ਸਕੀਏ ਕਿ ਵੀ ਕੀ ਰੀਜ਼ਨ ਸੀਗਾ, ਕੀ ਹੋਇਆ। ਜਿਹੜਾ ਇਹ ਡਿਸਪਿਊਟ ਹੋਇਆ ਵਾ ਵੀਰੇ, ਇਹ ਡਿਸਪਿਊਟ ਇੱਕ ਛੋਟੀ ਜਿਹੀ ਚੀਜ਼ ਨੂੰ ਲੈ ਕੇ ਹੋਇਆ ਵਾ, ਜਿਹੜਾ ਕਿ ਕਲਾਇੰਟ ਨੇ ਜਾਣ ਬੁੱਝ ਕੇ ਕ੍ਰੀਏਟ ਕੀਤਾ ਵਾ। ਕਲਾਇੰਟ ਨੇ ਸਾਡੇ ਨਾਲ ਕੰਟਰੈਕਟ ਸਾਈਨ ਕੀਤਾ ਸੀਗਾ S ਕਲਾਸ ਸੋਇਲ ਤੇ। ਸਾਡੇ ਕੋਲ ਰਿਕਾਰਡ ਨੇ, ਪੇਪਰ ਵਰਕ ਨੇ, ਉਹਨਾਂ ਨੇ ਕਿਹੜੀ ਸੋਇਲ ਕਲਾਸ ਤੇ ਸਾਡੇ ਨਾਲ ਕੰਟਰੈਕਟ ਸਾਈਨ ਕੀਤਾ ਵਾ। ਉਸ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਵੀ ਉਹਨਾਂ ਨੂੰ ਐਡਵਾਈਸ ਦਿੱਤੀ ਆ ਕਿ ਸੋਇਲ ਕਲਾਸ ਨੂੰ ਚੈੱਕ ਕਰਾਇਆ ਜਾਵੇ। ਜਿਹੜਾ ਕਿ ਸੋਇਲ ਟੈਸਟ ਆ ਉਹ ਅਸੀਂ ਤਦ ਤੱਕ ਨਹੀਂ ਕਰ ਸਕਦੇ ਜਦ ਤੱਕ ਕਲਾਇੰਟ ਦੀ ਜ਼ਮੀਨ ਦਾ ਕੰਟਰੈਕਟ ਕੰਡੀਸ਼ਨਲ ਨਹੀਂ ਹੁੰਦਾ, ਅਨਕੰਡੀਸ਼ਨਲ ਨਹੀਂ ਹੁੰਦਾ, ਤੇ ਜ਼ਮੀਨ ਜਿਹੜੀ ਆ ਕਲਾਇੰਟ ਦੇ ਨਾਂ ਨਹੀਂ ਹੁੰਦੀ। ਕੁਝ ਸਟੈਪ ਪ੍ਰੋਸੈਸ ਹੁੰਦੇ ਨੇ ਇਨ ਟਰਮਸ ਆਫ ਜਿਹੜੀਆਂ ਜ਼ਮੀਨਾਂ ਅਜੇ ਰੈਡੀ ਨਹੀਂ ਹੁੰਦੀਆਂ। ਸੋ ਮਿਥੁਨ ਤਨੇਜਾ ਦੀ ਕੰਟਰੈਕਟ ਸਾਈਨ ਕਰਨ ਤੇ S ਕਲਾਸ ਨੂੰ ਜਾਣਦੇ ਬੁੱਝਦੇ ਹੋਏ ਸਾਈਨ ਕਰਨ ਤੇ ਪ੍ਰੈਸ਼ਰ ਪਾਇਆ ਗਿਆ ਸਾਡੇ ਤੇ ਕਿ ਵੀ ਇਸ ਸੋਇਲ ਟੈਸਟ ਨੂੰ ਜਲਦੀ ਕੀਤਾ ਜਾਵੇ। ਅਸੀਂ ਕਲਾਇੰਟ ਦੀ ਰਿਕੁਐਸਟ ਤੇ ਇਹ ਸੋਇਲ ਟੈਸਟ ਕੀਤਾ ਤੇ ਸੋਇਲ ਟੈਸਟ ਦੀ ਰਿਪੋਰਟ ਜਿਹੜੀ ਉਹ P ਕਲਾਸ ਆਈ ਆ। ਸਾਡੇ ਕੋਲ ਰਿਪੋਰਟ ਵੀ ਮੌਜੂਦ ਆ। TJ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸਾਡੀ ਮਿਥੁਨ ਦੇ ਨਾਲ ਵੀ ਗੱਲ ਹੋਈ ਆ, ਉਹਨਾਂ ਦਾ ਇੱਕ ਬਹੁਤ ਗੰਭੀਰ ਇਲਜ਼ਾਮ ਆ ਕਿ ਜਿਹੜੀ ਉਹਨਾਂ ਨੇ ਤੁਸੀਂ ਜਿਹੜੀ ਸੋਇਲ ਟੈਸਟ ਕਰਾ ਕੇ ਦਿੱਤੀ ਉਹਦੀ ਕੁਆਲਿਟੀ P ਆਈ ਆ,
ਪਰ ਉਹਨਾਂ ਨੇ ਫਿਰ ਇੱਕ ਖੁਦ ਦੇ ਬੇਸਿਸ ਤੇ ਇੱਕ ਥਰਡ ਪਾਰਟੀ ਤੋਂ ਜਿਹੜੀ ਸੋਇਲ ਟੈਸਟਿੰਗ ਕਰਾਈ ਆ, ਉਹਦਾ ਬਾਅਦ ਚੋਂ ਜਿਹੜਾ ਰਿਜ਼ਲਟ ਆਉਂਦਾ ਉਹ M ਆਉਂਦਾ ਹੈ। ਤੇ ਉਹ ਉਹਨਾਂ ਦੇ ਇਲਜ਼ਾਮ ਆ ਕਿ P ਆਉਣ ਤੇ ਤੁਸੀਂ ਉਹਨਾਂ ਤੋਂ ਅਲੱਗ ਪੈਸਿਆਂ ਦੀ ਮੰਗ ਕੀਤੀ, 5 ਤੋਂ 7,000 ਜਿਹੜਾ ਤੁਸੀਂ ਮੈਂਸ਼ਨ ਵੀ ਕੀਤਾ ਹੋਇਆ ਪੇਪਰ ਦੇ ਵਿੱਚ, ਅਲੱਗ ਕੋਸਟ ਲੱਗਦੀ ਆ। ਬਟ ਇਹ ਇੱਕ ਬੜੀ ਜਿੱਦਾਂ ਆਪਾਂ ਕਹਿ ਸਕਦੇ ਕਿ ਯਕੀਨ ਨਹੀਂ ਹੁੰਦਾ ਗੱਲ ਤੇ ਕਿ ਇੱਕ ਰਿਪੋਰਟ ਆਉਂਦੀ ਆ P ਤੇ ਦੂਸਰੀ ਆਉਂਦੀ ਆ M। ਇਹ ਅਲਟਰੇਸ਼ਨ ਕਿੱਦਾਂ ਹੋ ਸਕਦੀ ਹੈ ਕਿ ਮਤਲਬ ਜੇ ਇੱਕ ਕਰਦਾ ਤੇ P ਹੋ ਜਾਂਦੀ ਤੇ ਜੇ ਦੂਸਰਾ ਕਲਾਇੰਟ ਖੁਦ ਕਰਾਉਂਦਾ ਹੈ ਤਾਂ ਉਹ M ਹੋ ਜਾਂਦੀ ਹੈ। ਇਹ ਕਿਤੇ ਨਾ ਕਿਤੇ ਵਿੱਚ ਜਿਹੜਾ ਸਿਸਟਮ ਆ ਉਹਦੇ ਵਿੱਚ ਗੜਬੜ ਦਾ ਹੋ ਸਕਦਾ ਆ, ਤੁਹਾਨੂੰ ਲੱਗਦਾ ਇਹਦਾ? ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ, ਇਹ ਜਿਹੜੀ ਰਿਪੋਰਟ ਕੀਤੀ ਆ ਜੀਓ ਟੈਕਨੀਕਲ ਇੰਜੀਨੀਅਰ ਨੇ ਕੀਤੀ ਹੈ, ਥਰਡ ਪਾਰਟੀ ਸਰਵਿਸ ਆ, ਇਹ ਅਸੀਂ ਯੂਜ਼ ਕਰਦੇ ਹਾਂ। ਇਹ ਸਾਰੇ ਬਿਲਡਰ ਹੀ ਯੂਜ਼ ਕਰਦੇ, ਇਹ ਨਹੀਂ ਕਿ ਇਕੱਲਾ ਅਸੀਂ ਯੂਜ਼ ਕਰਦੇ। ਕੋਈ ਵੀ ਬਿਲਡਰ, ਕਿਸੇ ਕੋ ਵੀ ਅਥਾਰਟੀ ਨਹੀਂ ਹੈਗੀ ਜੀਓ ਟੈਕਨੀਕਲ ਰਿਪੋਰਟਾਂ ਦੇਣ ਦੀ। ਅਸੀਂ ਜਿਸ ਬੰਦੇ ਕੋਲ ਰਿਪੋਰਟ ਕਰਵਾਈ ਆ ਉਹਨੇ P ਕਲਾਸ ਦਿੱਤੀ ਆ। ਹੁਣ ਮਿਥੁਨ ਤਨੇਜਾ ਜੀ ਜਾਂ ਸਾਡੇ 100 ਕਲਾਇੰਟ ਕਹਿੰਦੇ ਨੇ ਕਿ ਉਹਨਾਂ ਦੀ ਰਿਪੋਰਟ ਇੱਕ M ਆਈ ਆ, ਡਿਸਪਿਊਟ ਖੜਾ ਹੋ ਗਿਆ, ਲੇਕਿਨ ਉਸ ਡਿਸਪਿਊਟ ਨੂੰ ਇੱਕ ਮੈਨਰ ਨਾਲ ਰਿਜ਼ੋਲਵ ਵੀ ਕੀਤਾ ਜਾ ਸਕਦਾ। ਸਾਡੇ ਕੋਲ ਅੱਜ ਤੱਕ ਨਾ ਤੇ ਕੋਈ ਰਿਪੋਰਟ ਆਈ ਹੈ ਮਿਥੁਨ ਤਨੇਜਾ ਵੱਲੋਂ ਕਿ ਭਾਈ ਆ ਦੇਖੋ ਤੁਹਾਡੀ ਰਿਪੋਰਟ ਉਹਨਾਂ ਵੱਲੋਂ ਜਿਹੜੀ ਉਹਨਾਂ ਨੇ M ਦੀ ਉਹ ਮੀਡੀਆ 'ਚ ਵੀ ਜਾ ਕੇ ਉਹਨਾਂ ਨੇ ਮੈਂਸ਼ਨ ਕੀਤਾ, ਜਿਹੜੀ M ਰਿਪੋਰਟ ਆਈ ਆ ਉਸ ਬਾਰੇ ਤੁਹਾਡੇ ਕੋਲ ਕੋਈ ਰਿਟਨ ਪ੍ਰੂਫ ਨਹੀਂ ਸਾਡੇ ਕੋਲ ਕੋਈ ਰਿਟਨ ਪ੍ਰੂਫ ਨਹੀਂ ਹੈਗਾ। ਸਾਡੇ ਕੋਲ ਪਰਸੋਂ ਕੇਨਸ ਪੋਸਟ ਵਾਲੇ ਬੰਦੇ ਦੁਬਾਰਾ ਆ ਕੇ ਗਏ ਨੇ ਇਸੇ ਮੈਟਰ ਤੇ ਡਿਸਕਸ਼ਨ ਕਰਨ ਵਾਸਤੇ। ਜਦੋਂ ਉਹਨਾਂ ਨੇ ਸੱਚ ਜਾਣਿਆ, ਉਹਨਾਂ ਨੇ ਵੀ ਸਟੋਰੀ ਚੇਂਜ ਕੀਤੀ, ਤੁਸੀਂ ਪੜ੍ਹੀ ਹੋਊਗੀ। ਉਹ ਵੀ ਸਾਨੂੰ ਇਹ ਪ੍ਰੂਫ ਨਹੀਂ ਦਿਖਾ ਪਾਏ ਕਿ ਉਹਨਾਂ ਕੋਲ ਕੋਈ ਰਿਪੋਰਟ ਹੈਗੀ ਆ ਕਿ ਨਹੀਂ ਹੈਗੀ ਆ। ਜਿਹੜੀ ਮਿਥੁਨ ਤਨੇਜਾ ਜੀ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਵੀਰੇ ਤੁਹਾਡਾ ਜਿਹੜਾ ਲੈਂਡ ਰਿਲੀਜ਼ ਹੋਣੀ ਆ ਜੁਲਾਈ ਦੇ ਵਿੱਚ ਹੋਣੀ ਆ, ਜੂਨ ਦੇ ਵਿੱਚ ਆਪਾਂ ਪ੍ਰੋਸੈਸ ਤੁਹਾਡੇ ਘਰ ਦਾ ਸਾਰਾ ਦੁਬਾਰਾ ਸ਼ੁਰੂ ਕਰਾਂਗੇ। ਇਹ ਜਿਹੜੀ M ਤੇ P ਦਾ ਜੋ ਵੀ ਕਨਫਿਊਜ਼ਨ ਹੈਗੀ ਆ, ਆਪਾਂ ਇਹ ਉਸ ਪ੍ਰੋਸੈਸ ਨੂੰ ਦੁਬਾਰਾ ਕਰਾਂਗੇ ਜੂਨ ਦੇ ਵਿੱਚ। ਤੇ ਇਹ ਜਿਹੜਾ ਕਾਸਟ ਜਿਹੜੀ ਅਸੀਂ ਤੁਹਾਨੂੰ ਦਿੱਤੀ ਆ, ਇਹ ਰਫ ਕਾਸਟ ਆ। ਇਹਦੇ ਵਿੱਚ M ਹੈ ਜਾਂ P ਹੈ, ਫਰਕ ਇਹ ਹੁੰਦਾ ਹੈ ਕਿ M ਤੇ P ਦੇ ਵਿੱਚ ਕਲਾਸ ਦੇ ਵਿੱਚ ਘਰ ਦੀ ਇੱਕ ਜਿਹੜੀ ਸਲੈਬ ਹੁੰਦੀ ਆ ਉਹਦੇ ਵਿੱਚ ਨੀਹਾਂ ਦਾ ਫਰਕ ਹੁੰਦਾ ਹੈ। ਨੀਹਾਂ ਕਿੰਨੀਆਂ ਡੂੰਘੀਆਂ ਜਾਣੀਆਂ ਨੇ, ਸਰੀਆ ਕਿੰਨਾ ਪੈਣਾ ਹੈ, ਉਹਦੇ ਵਿੱਚ ਜਿਹੜਾ ਡਿਸੀਜਨ ਹੁੰਦਾ ਹੈ ਉਹ ਸਾਡਾ ਨਹੀਂ ਹੁੰਦਾ, ਉਹ ਇੰਜੀਨੀਅਰ ਦਾ ਹੁੰਦਾ ਵਾ। ਉਹਦੇ ਵਿੱਚ ਸਾਡੇ ਕੋਲ ਰਿਟਨ ਪ੍ਰੂਫ ਹੈਗੇ ਜਿਹਦੇ ਵਿੱਚ ਅਸੀਂ ਈਮੇਲ ਕੀਤੀ ਹੈ ਮਿਥੁਨ ਤਨੇਜਾ ਨੂੰ, ਤੇ ਬਕਾਇਦਾ ਉਹਨਾਂ ਨੂੰ ਮੈਂਸ਼ਨ ਕੀਤਾ ਹੋਇਆ ਹੈ ਕਿ ਬਈ ਇਹ ਸਾਡੇ ਕੰਟਰੋਲ 'ਚ ਨਹੀਂ ਹੈਗੇ ਆ। ਜੋ ਵੀ ਫੁਟਿੰਗਾਂ ਨੇ M ਹੈ ਜਾਂ P ਹੈ, ਇਹ ਇੰਜੀਨੀਅਰ ਦੇ ਡਿਸੀਜਨ ਹੋਣਗੇ। ਆਪਾਂ ਇਸ ਚੀਜ਼ ਨੂੰ ਦੁਬਾਰਾ ਰੈਕਟੀਫਾਈ ਕਰਾਂਗੇ ਜੂਨ ਦੇ ਵਿੱਚ, ਜਦੋਂ ਤੁਹਾਡੀ ਲੈਂਡ ਜਿਹੜੀ ਆ ਕਲੋਜ਼ ਟੂ ਰਿਲੀਜ਼ ਹੋਊਗੀ। ਲੇਕਿਨ ਮਿਥੁਨ ਤਨੇਜਾ ਜੀ ਨੇ ਨਾ ਤੇ ਕੋਈ ਸਾਨੂੰ ਅਫੀਸ਼ੀਅਲ ਡਾਕੂਮੈਂਟ ਦਿਖਾਇਆ ਕਿ ਵੀ ਸਾਡੇ ਬੰਦੇ ਨੇ ਜਾਂ ਸਾਡੇ ਕੰਟਰੈਕਟਰ ਨੇ ਸੋਲ ਟੈਸਟ ਗਲਤ ਕੀਤਾ ਜਾਂ ਉਹਨਾਂ ਨੇ ਜੀਤੋ ਕਰਾਇਆ, ਉਹਨਾਂ ਨੇ M ਕਿੱਦਾਂ ਆ ਗਈ। ਸਾਡੇ ਕੋਲ ਉਸ ਚੀਜ਼ ਦਾ ਕੋਈ ਅਫੀਸ਼ੀਅਲ ਡਾਕੂਮੈਂਟ ਨਹੀਂ ਹੈਗਾ। ਐਜ਼ ਆਈ ਸੈਡ ਬਿਫੋਰ, ਕੇਨਸ ਪੋਸਟ ਵੀ ਸਾਨੂੰ ਇਦਾਂ ਦਾ ਕੋਈ ਡਾਕੂਮੈਂਟ ਪ੍ਰੋਵਾਈਡ ਨਹੀਂ ਕਰ ਪਾਇਆ। ਜੀ ਜਿੰਨਾ ਚਿਰ ਜਿਹੜੀ M ਤੇ P ਦਾ ਜਿਹੜਾ ਫਰਕ ਪਤਾ ਲੱਗਣਾ, ਉਹ ਤਾਂ ਜਿੰਨਾ ਚਿਰ ਕੋਈ ਇਨਵੈਸਟੀਗੇਸ਼ਨ ਬੋਡੀ ਇਨਵੈਸਟੀਗੇਟ ਨਹੀਂ ਕਰਦੀ ਉਸ ਤੇ ਕਿ ਉਹ P ਰਿਪੋਰਟ ਆਈ ਸੀ ਜਾਂ M ਆਈ ਸੀ ਜਾਂ ਅਲਟਰ ਕਿੱਦਾਂ ਹੋਈ, ਉਸ ਤੇ ਆਪਾਂ ਬਾਅਦ 'ਚੋਂ ਗੱਲ ਕਰਦੇ ਹਾਂ। ਉਹਨਾਂ ਨੇ ਇੱਕ ਬਹੁਤ ਗੰਭੀਰ ਦੂਜਾ ਆਰੋਪ ਲਾਇਆ ਕਿ ਉਹਨਾਂ ਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਇੰਟੀਗ੍ਰੇਟਿਵ ਹੋਮਸ ਦੀ ਟੀਮ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਹਿੰਦੇ ਕਿ ਅੱਗੋਂ ਸਾਡੇ ਨਾਲ ਰੂਡਲੀ ਬਿਹੇਵ ਕੀਤਾ ਗਿਆ, ਅਨਪ੍ਰੋਫੈਸ਼ਨਲ ਵੇ ਨਾਲ ਸਾਡੇ ਨਾਲ ਮਤਲਬ ਕਮਿਊਨੀਕੇਸ਼ਨ ਹੋਇਆ, ਜਿਸ ਕਰਕੇ ਉਹ ਕਾਫੀ ਜ਼ਿਆਦਾ ਅਪਸੈਟ ਹੋ ਗਏ। ਤੇ ਥੋੜ੍ਹਾ ਜਿਹਾ ਉਹ ਜਿੱਦਾਂ ਅਸੀਂ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਕਿ ਮੈਂ ਜਿਹੜੀ ਵੇ ਆਫ ਪ੍ਰੋਫੈਸ਼ਨਲਿਜ਼ਮ ਸੀਗੀ, ਵੇ ਆਫ ਕਮਿਊਨੀਕੇਸ਼ਨ ਸੀਗਾ, ਉਸ ਕਰਕੇ ਵੀ ਉਹ ਥੋੜ੍ਹਾ ਜਿਹਾ ਸਟ੍ਰੈਸ ਨੇ ਕਿ ਪ੍ਰੋਫੈਸ਼ਨ ਦੇ ਵਿੱਚ ਇੱਦਾਂ ਦਾ ਗੱਲਬਾਤ ਨਹੀਂ ਹੋਣੀ ਚਾਹੀਦੀ, ਡਿਸਪਿਊਟ ਸੋਲਵ ਹੋਣਾ ਚਾਹੀਦਾ ਇੰਸਟੈਡ ਆਫ ਕਿ ਉਹ ਵੱਧਦਾ ਜਾਵੇ ਦਿਨੋਂ ਦਿਨ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਜੋ ਤੁਸੀਂ ਕਹਿ ਰਹੇ ਹੋ ਇੱਦਾਂ ਹੀ ਹੋਣਾ ਚਾਹੀਦਾ ਵਾ। ਤੇ ਮੈਂ ਤੁਹਾਨੂੰ ਇਸ ਚੀਜ਼ ਦਾ ਆਸ਼ਵਾਸਨ ਵੀ ਦੇ ਸਕਦਾ ਕਿ ਸਾਡੀ ਟੀਮ ਵੱਲੋਂ ਇੱਦਾਂ ਹੀ ਹੋਇਆ ਵਾ। ਜਿੱਦਣ ਮਿਥੁਨ ਤਨੇਜਾ ਜੀ ਨੂੰ ਰਿਪੋਰਟ ਪਹਿਲੇ ਦਿਨ ਭੇਜੀ ਗਈ ਸੀਗੀ ਸੋਲ ਟੈਸਟ ਦੀ ਆਉਣ ਤੋਂ ਬਾਅਦ, ਉਹ ਉਸ ਦਿਨ ਤੋਂ ਉਸ ਪੁਆਇੰਟ ਤੋਂ ਹੀ ਸਾਡੇ ਨਾਲ ਅਪਸੈਟ, ਰੂਡ, ਅਗਰੈਸਿਵ ਤੇ ਅਬਿਊਸਿਵ ਹੋ ਗਏ ਸੀਗੇ। ਕਾਫੀ ਰਿਕੁਐਸਟਾਂ ਤੋਂ ਬਾਅਦ ਕਿ ਬਾਈ ਪਲੀਜ਼ ਕਾਮ ਡਾਊਨ, ਰਾਤ ਨੂੰ ਪਹਿਲੀ ਤਾਂ ਗੱਲ ਕਾਮ ਡਾਊਨ, ਤੇ ਲੇਟ ਨਾਈਟ ਨੂੰ ਫੋਨ ਮੈਸੇਜ ਕਰਨੇ ਪਲੀਜ਼ ਬੰਦ ਕਰੋ, ਫੋਨ ਕਰਨੇ ਬੰਦ ਕਰੋ, ਵੀ ਵਰਕਿੰਗ ਆਵਰਸ ਦੇ ਵਿੱਚ ਫੋਨ ਕਰੋ। ਮਿਥੁਨ ਤਨੇਜਾ ਜੀ ਦਾ ਜਿਹੜਾ ਬਿਹੇਵੀਅਰ ਸੀਗਾ ਖਿਲਾਫ, ਟੂਵਰਡਸ ਇੰਟੈਗ੍ਰਿਟੀ ਟੀਮ ਕਹਿ ਲਓ ਜਾਂ TJ ਸਿੰਘ ਵੱਲ ਕਹਿ ਲਓ, ਉਹ ਚੇਂਜ ਨਹੀਂ ਹੋਇਆ। ਉਹਨਾਂ ਨੇ ਕੁਝ ਐਸੀਆਂ ਗੱਲਾਂ ਮੇਰੇ ਤੇ ਇੰਪਲਾਈਡ ਕੀਤੀਆਂ ਜਿਨ੍ਹਾਂ ਦੇ ਵਿੱਚ ਸਿੱਧੀ ਤੇ ਸਿੱਧੀ ਗੱਲ ਮੈਂ ਤੁਹਾਨੂੰ ਕਹਾਂ ਕਿ ਬਹੁਤ ਹੀ ਬੁਰਾ ਫੀਲ ਹੋਇਆ ਮੈਨੂੰ ਕਿ ਇੱਕ ਕਲਾਇੰਟ ਨੂੰ ਇੰਨੀ ਵਧੀਆ ਸਰਵਿਸ ਦਿੱਤੀ ਮੈਂ, ਆਪਣੇ ਸਾਰੇ ਕਲਾਇੰਟਾਂ ਨੂੰ ਮੈਂ ਡ੍ਰੌਪ ਕਰਕੇ, ਆਪਣੇ ਸਾਰੇ ਕੰਮ ਛੱਡ ਕੇ 2-2.5 ਹਫ਼ਤੇ ਦੇ ਕੇ ਲਗਾਤਾਰ 80-90-100 ਘੰਟੇ ਲਾ ਕੇ ਡਿਜ਼ਾਈਨ ਔਨ ਦਾ ਸਪੌਟ ਬਣਵਾ ਕੇ ਇਹਨਾਂ ਨਾਲ ਅਸੀਂ ਕੰਟਰੈਕਟ ਸਾਈਨ ਕੀਤਾ। ਸਾਨੂੰ ਕੰਟਰੈਕਟ ਸਾਈਨ ਵੱਲੋਂ ਵੀ ਇਹਨਾਂ ਨੇ ਪੁਸ਼ ਕੀਤਾ ਕਿ ਅੱਜ ਹੀ ਕੰਟਰੈਕਟ ਸਾਈਨ ਕਰਨਾ ਵਾ, ਕਿਉਂਕਿ ਸਾਡੇ ਕੋਲ ਤੇ ਉਹਨਾਂ ਦੀ ਵਾਈਫ ਕੋ ਅੱਗੇ ਕੋਈ ਵੀ ਡੇ ਆਫ ਨਹੀਂ ਹੈਗਾ। ਅਸੀਂ ਫਿਰ ਵੀ ਉਹਨਾਂ ਦੇ ਗੁੱਡ ਫੇਥ ਤੇ ਔਨ ਦਾ ਸਪੌਟ ਆਪਣੇ ਸਾਰੇ ਕੰਮ ਛੱਡ ਕੇ ਉਹਨਾਂ ਨੂੰ ਸਰਵਿਸ ਦਿੱਤੀ।
ਕੰਟਰੈਕਟ ਸਾਈਨ ਕੀਤਾ ਐਸ ਕਲਾਸ ਦੇ ਉੱਪਰ। ਜੀ ਕੰਟਰੈਕਟ ਸਾਈਨ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਾਈ ਤੁਹਾਡੀ ਜ਼ਮੀਨ ਜਿਹੜੀ ਆ ਜੁਲਾਈ ਤੱਕ ਰਿਲੀਜ਼ ਨਹੀਂ ਹੋਣੀ ਤੇ ਤੁਹਾਡੇ ਜਿਹੜਾ ਵੀ ਹੁਣ ਅੱਗੇ ਪ੍ਰੋਸੈਸ ਆ ਹੁਣ ਆਪਾਂ ਜੂਨ ਦੇ ਵਿੱਚ ਸ਼ੁਰੂ ਕਰਾਂਗੇ। ਜੀ ਆਈ ਥਿੰਕ ਇੰਨੀ ਸਰਵਿਸ ਇੱਕ ਕਲਾਇੰਟ ਨੂੰ ਮਿਲ ਜਾਣ ਤੋਂ ਬਾਅਦ ਉਸ ਕਲਾਇੰਟ ਨੂੰ ਥੋੜਾ ਜਿਹਾ ਪੇਸ਼ੈਂਸ ਤਾਂ ਰੱਖਣੀ ਚਾਹੀਦੀ ਹੈ ਜੀ। ਕਿ ਮੇਰੀ ਜ਼ਮੀਨ ਤਾਂ ਜੁਲਾਈ 'ਚ ਰਿਲੀਜ਼ ਹੋਣੀ ਆ ਜੀ ਤੇ ਜੇ ਬਿਲਡਰ ਕਹਿ ਰਿਹਾ ਹੋਵੇ ਕਿ ਜੂਨ ਦੇ ਵਿੱਚ ਪ੍ਰੋਸੈਸ ਸ਼ੁਰੂ ਕਰਾਂਗੇ ਜੀ ਤੇ ਮੇਰੀ ਇੰਨੀ ਮੰਗ ਕਰਨੀ ਕੋਈ ਮੈਨੂੰ ਨਹੀਂ ਲੱਗਦਾ ਨਜਾਇਜ਼ ਜੀ। ਸੀ। ਉਸ ਤੋਂ ਬਾਅਦ ਜਦੋਂ ਇਹ ਡਿਸਪਿਊਟ ਪਿਆ ਉਹ ਅਪਸੈਟ ਹੋਏ, ਜੀ ਉਹ ਸਾਡੇ ਆਫਿਸ ਆਏ, ਉਹਨਾਂ ਨੇ ਕਾਫੀ ਕੁਝ ਗੱਲਾਂ ਪੁਆਇੰਟ ਆਊਟ ਸਾਡੇ ਵੱਲ ਗਲਤ ਐਸੀਆਂ ਗੱਲਾਂ ਕਹੀਆਂ ਜਿਹੜੀਆਂ ਮੈਂ ਇਸ ਮੀਡੀਆ ਦੇ ਵਿੱਚ ਸ਼ੇਅਰ ਕਰਨਾ ਨਹੀਂ ਚੰਗਾ ਸਮਝਦਾ, ਕਿਉਂਕਿ ਉਹਨਾਂ ਗੱਲਾਂ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਡਾਊਨ ਹੋਈ, ਮੈਨੂੰ ਬਹੁਤ ਹੀ ਜ਼ਿਆਦਾ ਇਨਸਲਟ ਫੀਲ ਹੋਈ, ਮੈਂ ਬਹੁਤ ਹੀ ਜ਼ਿਆਦਾ ਡੀਮੋਰਲਾਈਜ਼ ਹੋਇਆ। ਜੀ ਫਿਰ ਉਸ ਤੋਂ ਬਾਅਦ ਸਾਡੀ ਟੀਮ ਮੈਂਬਰ ਕੁਮਾਰ ਹਿਤਿੰਦਰ ਨੇ ਉਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਫੋਨ ਤੇ ਗੱਲ ਕੀਤੀ। ਸਾਡੇ ਕੋਲ ਰਿਟਨ ਪ੍ਰੂਫ ਨੇ ਜਿਹਦੇ ਵਿੱਚ ਅਸੀਂ ਉਹਨਾਂ ਨੂੰ 2 ਵਾਰੀ ਲਿਖਿਆ ਵਾ ਕਿ ਪਲੀਜ਼ ਕਮ ਟੂ ਦੀ ਆਫਿਸ, ਲੈਟਸ ਸਿਟ ਡਾਊਨ ਐਂਡ ਟਾਕ ਅਬਾਊਟ ਇਟ। ਫਿਰ ਕੁਮਾਰ ਜੀ ਨੇ ਵੀ ਉਹਨਾਂ ਨੂੰ ਟਰਾਈ ਕੀਤੀ ਕਿ ਵੀ ਆ ਕੇ ਬੈਠ ਕੇ ਗੱਲ ਕਰੋ, ਵੀ ਇਟਸ ਨਾਟ ਅ ਇਸ਼ੂ ਕਿ ਜਿਹੜਾ ਸੁਲਝਾਇਆ ਨਹੀਂ ਜਾ ਸਕਦਾ ਜਾਂ ਜਿਸ ਚੀਜ਼ ਦਾ ਇੰਨਾ ਵੱਡਾ ਬਵਾਲ ਬਣ ਜੇ, ਤੁਸੀਂ ਆ ਕੇ ਬੈਠ ਕੇ ਗੱਲ ਕਰੋ। ਉਹਨਾਂ ਨੇ ਸਾਡੇ ਨਾਲ ਕੰਪਰੋਮਾਈਜ਼ ਤਾਂ ਨਹੀਂ ਕਹਿ ਸਕਦੇ, ਉਹਨਾਂ ਨੇ ਸਾਡੇ ਨਾਲ ਐਡਜਸਟਮੈਂਟ ਹੀ ਨਹੀਂ ਕੀਤੀ, ਸਿਰਫ ਉਸ ਪੁਆਇੰਟ ਤੇ ਕਿ ਬਈ ਉਹਨਾਂ ਦੇ ਅਕੋਰਡਿੰਗਲੀ ਸੋਇਲ ਐਮ ਆ ਜਿਹੜੀ ਕਿ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈਗੀ, ਕੋਈ ਅਫੀਸ਼ੀਅਲ ਡਾਕੂਮੈਂਟ ਸਾਡੇ ਕੋਲ ਨਹੀਂ ਹੈਗਾ, ਕੇਨਸ ਪੋਸਟ ਕੋ ਵੀ ਨਹੀਂ ਹੈਗਾ। ਮੌਕਾ ਹੀ ਨਹੀਂ ਦਿੱਤਾ ਗਿਆ ਕਿ ਜੇ ਸਾਡੇ ਕੰਟਰੈਕਟਰ ਕੋ ਕੋਈ ਗਲਤੀ ਹੋਈ ਹੈ ਤੇ ਉਹਨੂੰ ਰੈਕਟੀਫਾਈ ਕੀਤਾ ਜਾਵੇ। ਇਨਸਟੈਡ ਬਲੇਮ ਗੇਮ ਸ਼ੁਰੂ ਹੋ ਗਈ ਜਿਹੜੀ ਤੁਸੀਂ ਅੱਜ ਤੱਕ ਦੇਖ ਰਹੇ ਹੋ। ਤੀਜੀ ਗੱਲ ਉਹਨਾਂ ਨੇ ਸਾਡੇ ਨਾਲ ਇਹ ਕੀਤੀ ਆ, ਇਸ ਗੱਲ ਦੇ ਸਾਡੇ ਕੋਲ ਪ੍ਰੂਫ ਵੀ ਆਏ ਆ ਕਿ ਜਦੋਂ ਤੁਹਾਡਾ ਉਹਨਾਂ ਦੇ, ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਪੂਰੀ ਕਿ ਤੁਹਾਡਾ ਉਹਨਾਂ ਦਾ ਕੰਟਰੈਕਟ ਡਿਮੋਲਿਸ਼ ਹੋ ਗਿਆ ਜਾਂ ਅਜੇ ਵੀ ਕੰਟਰੈਕਟ ਹੈਗਾ, ਪਰ ਉਹ ਸਭ ਇਹ ਡਿਸਪਿਊਟ ਦੇ ਹੋਣ ਤੋਂ ਬਾਅਦ ਇੱਕ ਤੁਹਾਡੇ ਵੱਲੋਂ ਇਨਵੋਇਸ ਜਾਂਦੀ ਆ 10 ਤੋਂ 12,000 ਦੀ। ਬਟ ਜਿਸ ਦਿਨ ਇਹ ਇਸ਼ੂ ਕੇਨਸ ਪੋਸਟ ਚੱਕਦਾ ਆ, ਖਬਰ ਦੇ ਵਿੱਚ ਆਉਂਦਾ ਆ, ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਿਹੜੀ ਇਨਵੋਇਸ ਉਹ ਆਪਣੀ ਬੈਕ ਕਰ ਲਈ, ਉਹਨੂੰ ਤੁਸੀਂ ਖਤਮ ਕਰਤਾ ਕਿ ਇਹ ਇਨਵੋਇਸ ਅਸੀਂ ਤੁਹਾਨੂੰ ਨਹੀਂ ਇਸ਼ੂ ਕੀਤੀ। ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ। ਇਹ ਗੱਲ ਕੁਝ ਹੱਦ ਤੱਕ ਸੱਚ ਹੈ, ਕੁਝ ਹੱਦ ਤੱਕ ਗਲਤ ਹੈ। ਪਹਿਲਾਂ ਤਾਂ ਮੈਂ ਇਹ ਮੈਂਸ਼ਨ ਕਰਨਾ ਚਾਹੂੰਗਾ ਕਿ ਜਿੰਨੀਆਂ ਗੱਲਾਂ ਅੱਜ ਅਸੀਂ ਦਿਲ ਖੋਲ੍ਹ ਕੇ ਤੁਹਾਡੇ ਨਾਲ ਕਰ ਰਹੇ ਹਾਂ, ਕਿਉਂਕਿ ਤੁਸੀਂ ਸਾਡੇ ਪੰਜਾਬੀ ਭਰਾ ਹੋ, ਅਸੀਂ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਅਸੀਂ ਆਪਣੀ ਕਮਿਊਨਿਟੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗਲਤ ਨਹੀਂ ਹਾਂ ਤੇ ਨਾ ਹੀ ਅਸੀਂ ਗਲਤ ਕੀਤਾ ਹੈ ਤੇ ਨਾ ਹੀ ਅਸੀਂ ਅੱਗੇ ਗਲਤ ਕਰਾਂਗੇ। ਜਿੰਨੀਆਂ ਗੱਲਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜੇ ਅਸੀਂ ਕੇਨਸ ਪੋਸਟ ਨੂੰ ਦੱਸ ਦਿੰਦੇ, ਡਿਸਕਲੋਜ਼ ਕਰ ਦਿੰਦੇ ਸਾਰਾ ਕੁਝ, ਤੇ ਇਹ ਆਰਟੀਕਲ ਕੇਨਸ ਪੋਸਟ ਵਿੱਚ ਕਦੀ ਛਪਣਾ ਹੀ ਨਹੀਂ ਸੀਗਾ। ਹੁਣ ਵੀ ਕੇਨਸ ਪੋਸਟ ਨੇ ਆਪਣਾ ਜਿਹੜਾ ਆਰਟੀਕਲ ਚੇਂਜ ਕੀਤਾ ਵਾ, ਫੈਕਟਸ ਦੇਖਣ ਤੋਂ ਬਾਅਦ, ਸੱਚਾਈ ਦੇਖਣ ਤੋਂ ਬਾਅਦ ਉਹਨਾਂ ਨੇ ਆਪਣੇ ਆਰਟੀਕਲ ਦੀ ਵਰਡਿੰਗ ਹੀ ਸਾਰੀ ਚੇਂਜ ਕਰਤੀ ਆ। ਅਸੀਂ ਬਾਉਂਡ ਸੀਗੇ ਕਲਾਇੰਟ ਕੌਨਫੀਡੈਂਸ਼ੀਅਲਟੀ ਦੇ ਨਾਲ, ਜਿਹਨੂੰ ਕਿ ਅਸੀਂ ਰੱਖਿਆ, ਆਪਣੀ ਇੰਟੈਗ੍ਰਿਟੀ ਨੂੰ ਅਸੀਂ ਰੱਖਿਆ ਕਿ ਅਸੀਂ ਕਲਾਇੰਟ ਦੀ ਇਨਫੋਰਮੇਸ਼ਨ ਰਿਲੀਜ਼ ਨਹੀਂ ਕਰਨੀ, ਅਸੀਂ ਨਹੀਂ ਕੀਤੀ, ਸਾਡੇ ਵੱਲੋਂ ਗਲਤੀ ਹੋਈ, ਸਾਡੇ ਤੇ ਐਲੀਗੇਸ਼ਨ ਲੱਗੇ। ਠੀਕ ਹੈ ਜੀ। ਹੁਣ ਜਿਹੜੀ ਗੱਲ ਹੈਗੀ ਇਨਵੋਇਸ ਦੀ, ਉਹ ਇਨਵੋਇਸ ਅਸੀਂ ਭੇਜੀ ਆ ਜੀ। ਕੇਨਸ ਪੋਸਟ ਦੀ ਨਿਊਜ਼ ਆਉਣ ਤੋਂ ਬਾਅਦ ਅਸੀਂ ਉਹ ਇਨਵੋਇਸ ਕੈਂਸਲ ਨਹੀਂ ਕੀਤੀ ਆ ਜੀ। ਇੱਕ ਕੰਟਰੈਕਟ ਦੇ ਵਿੱਚ 15 ਦਿਨ ਦਾ ਸਬਜੈਕਟ ਟੂ ਫਾਈਨਾਂਸ ਦਾ ਕਲੌਜ਼ ਹੁੰਦਾ ਵਾ, ਜਿਹੜਾ ਕਿ ਮਿਥੁਨ ਤਨੇਜਾ ਨੇ 23 ਤਰੀਕ ਨੂੰ ਕੰਟਰੈਕਟ ਸਾਈਨ ਕੀਤਾ, 13 ਤਰੀਕ ਨੂੰ ਉਹਨਾਂ ਨੇ ਸਾਨੂੰ ਕੰਟਰੈਕਟ ਤੋਂ ਬਾਹਰ ਹੋਣ ਦੀ ਰਿਕੁਐਸਟ ਕੀਤੀ। 15 ਦਿਨ ਦੇ ਵਿੱਚ ਜਿਹੜਾ ਉਹਨਾਂ ਦਾ ਸਬਜੈਕਟ ਟੂ ਫਾਈਨਾਂਸ ਦਾ ਕਲੌਜ਼ ਸੀਗਾ ਉਹ ਓਵਰ ਹੋ ਗਿਆ। ਉਸ ਓਵਰ ਹੋਣ ਦੇ ਬਾਅਦ ਜਿਹੜਾ ਉਹ ਕੰਟਰੈਕਟ ਆ ਉਹ ਹੋ ਗਿਆ ਅਨਕੰਡੀਸ਼ਨਲ। ਠੀਕ ਹੈ। ਜਦੋਂ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ, ਅਸੀਂ ਉਹਨਾਂ ਨੂੰ ਫਿਰ ਈਮੇਲ ਭੇਜੀ ਕਿ ਪਲੀਜ਼ ਕਮ ਟੂ ਦੀ ਆਫਿਸ, ਸਿਟ ਡਾਊਨ, ਦੇयर ਇਜ਼ ਅ ਵੇ ਆਊਟ ਆਫ ਇਟ, ਵੀ ਕੈਨ ਮੇਕ ਇਟ ਆਲ ਹੈਪਨ, ਬਟ ਉਹ ਸਾਡੇ ਕੋਲ ਆਫਿਸ ਨਹੀਂ ਆਏ। ਜਿਹੜੀ ਉਹ ਇਨਵਾਇਸ ਉਹਨਾਂ ਨੂੰ ਭੇਜੀ ਗਈ ਆ, ਉਹ ਬਿਲਡਰ ਟਾਈਮ ਦੀ ਭੇਜੀ ਗਈ ਆ, ਬਿਲਡਰ ਦੇ ਐਡਮਿਨ ਵਰਕ ਦੀ ਭੇਜੀ ਗਈ ਆ। ਜਿਹੜਾ ਬਿਲਡਰ ਉਹਨਾਂ ਦੇ ਨਾਲ ਉਹਨਾਂ ਨੂੰ ਘਰ ਦਿਖਾਏ, ਉਹਨਾਂ ਦੇ ਫਰੈਂਡਸ ਦੇ ਘਰ ਗਏ, ਉਹਨਾਂ ਦੇ ਘਰ ਦੇਖੇ, ਉਹਨਾਂ ਦੀ ਸਾਰੀਆਂ ਗੱਲਾਂ ਸੁਣੀਆਂ, ਲੇਟ ਨਾਈਟ ਤੱਕ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕੀਤੀ, ਲੀਗਲ ਜਿਹੜਾ ਕੰਮ ਕੀਤਾ ਕੰਟਰੈਕਟ ਡਰਾ ਕਰਨ ਲਈ, ਜਿਹੜੇ ਵੀ ਸਾਨੂੰ ਪੇਪਰ ਵਰਕ ਪਏ, ਉਹ ਉਸ ਟਾਈਮ ਤੇ ਉਸ ਵਰਕ ਦੀ ਇਨਵਾਇਸ ਉਹਨਾਂ ਨੂੰ ਭੇਜੀ ਗਈ ਆ। ਸਰਵਿਸ ਚਾਰजेस ਕਿੰਨੇ ਦੀ ਇਨਵਾਇਸ ਸੀ ਐਗਜ਼ੈਕਟਲੀ? 11800 ਸਮਥਿੰਗ ਦੀ ਇਨਵਾਇਸ ਸੀ। ਸਰਵਿਸ ਚਾਰजेस 11800। ਹਾਂਜੀ। ਇਹ ਰੀਜ਼ਨੇਬਲ ਰੇਟਸ ਦੇ ਵਿੱਚ ਆ ਜਾਂ ਕਿਦਾਂ? ਇਹ ਤੁਸੀਂ ਬਿਲਡਿੰਗ ਕੰਟਰੈਕਟ ਦੇ ਚੁੱਕੋਗੇ ਤੇ ਉਸ ਕੰਟਰੈਕਟ ਦੇ ਹਿਸਾਬ ਨਾਲ ਜੋ ਰੇਟ ਗਵਰਨਮੈਂਟ QBCC ਰੇਟ ਸੈੱਟ ਕਰਦੀ ਆ, ਉਸ ਹਿਸਾਬ ਨਾਲ ਇਹ ਫਿਰ ਵੀ ਘੱਟ ਆ ਜੀ। ਠੀਕ ਹੈ। ਅਸੀਂ ਇਨਵਾਇਸ ਆਪਣੀ ਅਵਾਰਡ ਕੀਤੀ ਉਦਣ ਜਿੱਦਣ ਉਹਨਾਂ ਨੇ 6 ਮਈ ਨੂੰ ਸਾਨੂੰ ਲੈਟਰ ਦਿੱਤੀ ਕਿ ਉਹਨਾਂ ਦਾ ਬੈਂਕ ਦਾ ਫਾਈਨਾਂਸ ਅਪਰੂਵ ਨਹੀਂ ਹੋਇਆ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਅਵਾਰਡ ਵੀ, ਇਨਵਾਇਸ ਵੀ ਅਵਾਰਡ ਕੀਤੀ, ਕੈਂਸਲ ਕੀਤੀ ਤੇ ਉਹਨਾਂ ਨੂੰ ਇੱਕ ਰਿਲੀਜ਼ ਲੈਟਰ ਵੀ ਭੇਜੀ ਗਈ। ਹੁਣ ਜਿਹੜਾ ਕੇਨਸ ਨਿਊਜ਼ ਦੇ ਵਿੱਚ ਆਰਟੀਕਲ ਆਇਆ ਵਾ 24 ਤਰੀਕ ਨੂੰ, 11 ਤਰੀਕ ਨੂੰ ਸਾਨੂੰ ਈਮੇਲ ਆਈ ਸੀ ਕੇਨਸ ਪੋਸਟ ਵੱਲੋਂ ਕਿ ਇਸ ਚੀਜ਼ ਦੀ ਇਨਫੋਰਮੇਸ਼ਨ ਸਾਨੂੰ ਦਿਓ, ਜਿਹੜੀ ਕਿ ਅਸੀਂ ਗਲਤੀ ਮਹਿਸੂਸ ਕਰਦੇ ਹਾਂ ਅੱਜ ਕਲਾਇੰਟ ਕੌਨਫੀਡੈਂਸ਼ੀਅਲਿਟੀ ਕਰਕੇ ਅਸੀਂ ਉਹਨਾਂ ਨੂੰ ਨਹੀਂ ਪੂਰੀ ਦਿੱਤੀ।
ਜੀ ਮਿਥੁਨ ਤਨੇਜਾ ਜੀ ਨੇ ਕਦੀ ਵੀ ਕੇਨਸ ਪੋਸਟ ਨੂੰ ਡਿਸਕਲੋਜ਼ ਨਹੀਂ ਕੀਤਾ ਕਿ ਉਹਨਾਂ ਦਾ ਬੈਂਕ ਲੋਨ ਰਿਜੈਕਟ ਹੋ ਗਿਆ। ਜੀ ਜੇ ਉਹਨਾਂ ਨੇ ਇਸ ਚੀਜ਼ ਨੂੰ ਡਿਸਕਲੋਜ਼ ਕੀਤਾ ਹੁੰਦਾ ਕੇਨਸ ਪੋਸਟ ਨੂੰ ਕਿ ਵੀ ਉਹਨਾਂ ਦਾ ਬੈਂਕ ਲੋਨ ਰਿਜੈਕਟ ਹੋ ਗਿਆ 6 ਮਈ ਨੂੰ, ਜੀ ਤੇ 11 ਮਈ ਨੂੰ ਮਿਥੁਨ ਤਨੇਜਾ ਜੀ ਦੀ ਜਿਹੜਾ ਅਪਰੋਚ ਉਹਨਾਂ ਨੂੰ ਕੀਤੀ ਗਈ ਕੇਨਸ ਪੋਸਟ ਨੂੰ, ਜਦੋਂ ਉਹਨਾਂ ਨੇ ਸਾਨੂੰ 10 ਨੂੰ ਕੀ ਉਹਨਾਂ ਨੇ ਕੀਤੀ, 11 ਨੂੰ ਉਹਨਾਂ ਨੇ ਸਾਨੂੰ ਅਪਰੋਚ ਕੀਤੀ। ਜੇ ਇਨਫੋਰਮੇਸ਼ਨ ਉਹਨਾਂ ਕੋ ਕੇਨਸ ਪੋਸਟ ਵਾਲਿਆਂ ਕੋ ਹੁੰਦੀ ਤੇ ਇਹ ਖਬਰ ਵੈਸੇ ਹੀ ਨਹੀਂ ਸੀ ਕਦੀ ਆਉਣੀ, ਕਿਉਂਕਿ ਉੱਥੇ ਅਸੀਂ ਕਿਤੇ ਗਲਤ ਨਹੀਂ ਕੀਤਾ, ਅਸੀਂ ਕਿਤੇ ਗਲਤ ਨਹੀਂ ਹੈਗੇ। ਅਸੀਂ ਉਹਨਾਂ ਨੂੰ ਆਫਿਸ ਬੁਲਾ ਕੇ ਵੀ ਇਹੋ ਹੀ ਕਹਿਣਾ ਸੀਗਾ ਕਿ ਵੀਰੇ ਕੰਟਰੈਕਟ ਸਾਈਨ ਹੋਇਆ ਵਾ, ਤੁਸੀਂ ਸਾਨੂੰ ਇੱਕ ਬੈਂਕ ਵੱਲੋਂ ਲੈਟਰ ਦੇ ਦਿਓ, ਮੈਟਰ ਰਿਜ਼ੋਲਵ। ਲੇਕਿਨ ਸਾਡੀ ਜਿੰਨੀ ਵੀ ਹੈਲਪ ਕਰਨ ਦੀ ਅਪਰੋਚ ਸੀਗੀ ਉਹਨਾਂ ਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਕਿ ਵੀ ਅਸੀਂ ਉਹਨਾਂ ਨੂੰ ਸਹੀ ਤੇ ਸਿੰਪਲ ਸੋਲੂਸ਼ਨ ਦੇ ਸਕੀਏ। ਜਦੋਂ ਸਾਨੂੰ ਮੌਕਾ ਹੀ ਨਹੀਂ ਮਿਲਿਆ ਆਪਣੀ ਜੋ ਵੀ ਇਸ਼ੂ ਚੱਲ ਰਿਹਾ ਉਹਨੂੰ ਰਿਜ਼ੋਲਵ ਕਰਨ ਦਾ, all we could do was follow the protocols according to the contract, ਤੇ ਅਸੀਂ ਉਹ ਕੀਤੀਆਂ। ਇਹ ਗੱਲ ਬਿਲਕੁਲ ਗਲਤ ਹੈ ਕਿ ਕੇਨਸ ਪੋਸਟ ਦੀ ਨਿਊਜ਼ ਤੋਂ ਬਾਅਦ ਅਸੀਂ ਆਪਣੀ ਇਨਵੋਇਸ ਵਾਪਸ ਲਈ ਆ, ਬਿਲਕੁਲ ਨਹੀਂ। 6 ਤਰੀਕ ਨੂੰ ਸਾਨੂੰ ਲੈਟਰ ਮਿਲੀ ਹੈ ਉਹਨਾਂ ਦੀ ਕਿ ਵੀ ਮੇਰਾ ਬੈਂਕ ਦਾ ਲੋਨ ਅਪਰੂਵ ਨਹੀਂ ਹੋਇਆ। ਅਸੀਂ ਹੈੱਡ ਆਫਿਸ ਨੂੰ ਅਪਰੋਚ ਕੀਤਾ ਕਿ ਕੀ ਕੀਤਾ ਜਾਵੇ। ਸਬਜੈਕਟ ਟੂ ਫਾਈਨੈਂਸ ਦਾ ਕਲੌਜ਼ 15 ਦਿਨ ਦਾ ਖਤਮ ਹੋ ਚੁੱਕਾ ਵਾ। ਕਿਸ ਤਰੀਕ ਨੂੰ ਤੁਸੀਂ ਆਪਣੀ ਉਹ ਜਿਹੜੀ ਆ ਆਪਣੀ ਇਨਵੋਇਸ ਵਾਪਸ ਲਈ? 12 ਤਰੀਕ ਨੂੰ ਅਸੀਂ ਇਨਵੋਇਸ ਤੇ ਵੋਇਡ ਕੀਤੀ ਆ ਤੇ 12 ਤਰੀਕ ਨੂੰ ਉਹਨਾਂ ਨੂੰ ਰਿਲੀਜ਼ ਲੈਟਰ ਭੇਜੀ ਗਈ ਆ। ਜੀ ਇੱਕ ਭਾਈ ਜਿਹੜੀ ਗ੍ਰਾਂਟ ਮਿਲਦੀ ਆ, ਜਿਹੜੀ ਸਰਕਾਰ ਵੱਲੋਂ ਗ੍ਰਾਂਟ ਤਕਰੀਬਨ 15,000 ਤੇ 35,000 ਦੀ ਗ੍ਰਾਂਟ, ਠੀਕ ਹੈ ਜੀ, ਜੇ ਮੇਰਾ ਐਸਟੀਮੇਟ ਸਹੀ ਹੈ। ਹਾਂਜੀ, ਜੇ ਮਤਲਬ ਕੋਈ ਵੀ ਆਪਾਂ ਇੰਡੀਵਿਜੂਅਲ ਦੀ ਗੱਲ ਕਰਦੇ ਆ ਆਪਣੇ ਜਿਹੜਾ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ, ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਚੋਂ, ਇੱਕ ਪਾਸੇ ਉਹਨੂੰ ਆਸ ਹੈ ਕਿ 35,000 ਦੀ ਗ੍ਰਾਂਟ ਮਿਲਣੀ ਆ, ਦੂਜੇ ਪਾਸੇ ਇੱਕ 5-7,000 ਦਾ ਇਸ਼ੂ ਹੁੰਦਾ ਇੱਕ ਸੋਇਲ ਦੀ ਟੈਸਟਿੰਗ ਕਰਕੇ। ਜਿੱਥੋਂ ਤੱਕ ਇੱਕ ਆਪਾਂ ਸੋਚਦੇ ਆ ਕਿ ਵਾਈ ਵੁੱਡ ਸਮਨ, ਉਹ ਕਿਉਂ ਚਾਹੂਗਾ ਕਿ ਉਹਦੇ 25-30,000 ਲੋਸ ਹੋ ਜਾਣ? 5-7,000 ਭਰਨਾ ਉਹਨੂੰ ਜਾਇਜ਼ ਲੱਗਣਾ ਚਾਹੀਦਾ ਇੰਸਟੈਡ ਆਫ 25-30,000 ਲੋਸ ਕਰਨ ਦੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਉਹ ਸਰਵਿਸਿਜ਼ ਤੋਂ ਖੁਸ਼ ਨਹੀਂ ਸੀਗੇ, ਜਮਾਂ ਹੀ ਖੁਸ਼ ਨਹੀਂ ਹੈਗੇ ਸੀਗੇ, ਤਾਂ ਕਰਕੇ ਉਹਨਾਂ ਨੇ ਉਹ ਚੀਜ਼ ਆਪਣਾ ਬੈਕ ਆਫ ਕਰ ਲਿਆ ਤੇ ਉਹਨਾਂ ਦੀ ਗ੍ਰਾਂਟ ਵੀ ਮਿਸ ਹੋ ਗਿਆ। ਮੈਂ ਤੁਹਾਨੂੰ ਖੁਲਾਸਾ ਦਿੰਦਾ ਜੀ। ਪਹਿਲੀ ਤੇ ਗੱਲ ਜਿਹੜੀ 5 ਤੋਂ 7,000 ਦੀ ਹੈਗੀ ਆ ਉਹ ਐਸਟੀਮੇਟ ਦਿੱਤਾ ਗਿਆ ਸੀ ਉਹਨਾਂ ਨੂੰ, ਤੇ ਨਾਲ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਭਾਈ ਜੀ ਇੰਜੀਨੀਅਰ ਦੱਸੂਗਾ ਕਿੰਨੀਆਂ ਫੁੱਟੀਆਂ ਜੀ, ਕਿੰਨੀਆਂ ਨੀਆਂ ਡੂੰਘੀਆਂ ਪੈਣੀਆਂ ਨੇ ਤੇ ਕਿੰਨਾ ਸਰੀਆ ਪੈਣਾ ਹੈ। ਇਹ ਕੋਸਟ ਉਦੋਂ ਨਿਕਲੂਗੀ ਜਦੋਂ ਤੁਹਾਡੀ ਇੰਜੀਨੀਅਰ ਡਰਾਇੰਗ ਸਰਟੀਫਾਈ ਕਰੂਗਾ, ਉਹ ਦੱਸੂਗਾ। ਜੀ ਸਾਡੇ ਵੱਲੋਂ ਉਹਨਾਂ ਤੇ ਕੋਈ ਡਿਮਾਂਡ ਨਹੀਂ ਕੀਤੀ ਗਈ 5 ਤੋਂ 7,000 ਦੀ, ਨਾ ਹੀ ਕੋਈ ਇਨਵਾਇਸ ਭੇਜੀ ਗਈ ਤੇ ਨਾ ਹੀ ਕੋਈ ਵੇਰੀਏਸ਼ਨ ਭੇਜੀ ਗਈ। ਠੀਕ ਹੈ। ਦੂਜੀ ਗੱਲ ਜਿਹੜੀ ਆ ਗ੍ਰਾਂਟ ਦੀ, ਗ੍ਰਾਂਟ ਦੀ ਫੈਡਰਲ ਦੀ ਗ੍ਰਾਂਟ ਸੀ 15 ਜੀ, ਰੀਜਨਲ ਦੀ ਗ੍ਰਾਂਟ ਸੀ 5 ਤੇ ਫਸਟ ਹੋਮ ਬਾਇਰ ਦੀ ਗ੍ਰਾਂਟ ਸੀ 15 ਜੀ, ਜਿਹੜਾ ਕਿ ਉਹਨਾਂ ਨੂੰ ਮਿਲਨੇ ਸੀਗੇ ਜੀ। ਉਹ ਇਸ ਚੀਜ਼ ਤੋਂ ਪੈਨਿਕ ਹੋ ਕੇ ਉਹਨਾਂ ਨੇ, ਜੇ ਆਪਾਂ ਕਹਿੰਦੇ ਆ ਕਿ 5-7,000 ਨਹੀਂ ਖਰਚਣਾ ਸਹੀ ਸਮਝਿਆ ਤੇ 35,000 ਦੀ ਗ੍ਰਾਂਟ ਨੂੰ ਉਹਨਾਂ ਨੇ ਮਿਸ ਕਰਤੀ, ਇਹ ਬਿਲਕੁਲ ਗਲਤ ਹੈ ਜੀ। ਉਹਨਾਂ ਦਾ ਕੰਟਰੈਕਟ ਸਾਈਨ ਹੋਇਆ ਸੀ 23 ਤਰੀਕ ਨੂੰ ਜੀ, ਠੀਕ ਹੈ। ਅਕੋਰਡਿੰਗ ਟੂ ਫੈਡਰਲ ਗ੍ਰਾਂਟ ਜਿਹੜੀ 15,000 ਦੀ ਸੀਗੀ ਤੇ 5,000 ਦਾ ਰੀਜਨਲ ਬੂਸਟ ਸੀਗਾ, ਉਹਦੀ ਐਂਡ ਡੇਟ ਸੀਗੀ 30 ਤਰੀਕ ਜੀ, 30 ਕਿ 31 ਮਾਰਚ ਤੱਕ ਕੰਟਰੈਕਟ ਸਾਈਨ ਹੋਣਾ ਚਾਹੀਦਾ ਜੀ, ਤੇ 14 ਅਪ੍ਰੈਲ ਤੱਕ ਉਹਦੀ ਐਪਲੀਕੇਸ਼ਨ ਦੀ ਡੇਟ ਸੀਗੀ ਜੀ, ਜਿਹੜੀ ਕਿ ਉਹਨਾਂ ਦੀ ਵਾਈਫ ਦੇ ਨਾਲ ਮੇਰੇ ਕੋਲ ਇੱਥੇ ਪ੍ਰੂਫ ਹੈਗੇ ਨੇ। ਰਾਤ ਦੇ 7:30 ਤੋਂ ਲੈ ਕੇ 10:30 ਵਜੇ ਤੱਕ ਮੈਂ ਉਹਨਾਂ ਦੇ ਨਾਲ ਫੋਨ ਦੇ ਉੱਪਰ WhatsApp ਦੇ ਉੱਪਰ ਬੈਠ ਕੇ ਉਹਨਾਂ ਦੀ ਉਹ ਗ੍ਰਾਂਟ ਅਪਲਾਈ ਕਰਵਾਈ, ਈਵਨ ਦੋ ਉਹਨਾਂ ਕੋਲ ਟਾਈਮ ਸੀਗਾ ਜੀ, ਜਿਹੜੀ ਕਿ 14 ਅਪ੍ਰੈਲ ਤੱਕ ਉਹ ਅਪਲਾਈ ਕਰ ਸਕਦੇ ਸੀਗੇ। ਜੀ। ਠੀਕ ਹੈ। ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਆ ਕੰਟਰੈਕਟ ਤੋਂ ਬਾਹਰ ਜਾਣ ਦੀ 13 ਤਰੀਕ ਨੂੰ। ਠੀਕ ਹੈ। ਜੇ ਉਹਨਾਂ ਨੇ ਸਾਨੂੰ 13 ਨੂੰ ਰਿਕੁਐਸਟ ਕੀਤੀ, ਜੇ ਇਹਨਾਂ ਕਹਿ ਲਓ ਵੀ ਸਿਨਾਰੀਓ ਅਸੀਂ ਕਹਿੰਦੇ ਕਿ ਬਈ ਚਲੋ ਠੀਕ ਹੈ ਵੀਰ ਜੀ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੈਪੀ ਹੋ, ਤੁਸੀਂ ਅੱਜ ਤੋਂ ਹੀ ਕੰਟਰੈਕਟ ਤੋਂ ਬਾਹਰ ਹੋ, ਜੀ, ਉਹ ਕਿੱਦਾਂ ਬੈਕ ਡੇਟ ਜਾ ਕੇ ਕਿਸੇ ਦੂਜੇ ਬਿਲਡਰ ਦੇ ਨਾਲ 31 ਮਾਰਚ ਤੋਂ ਪਹਿਲਾਂ ਜਾਂ 30 ਮਾਰਚ ਤੋਂ ਪਹਿਲਾਂ ਕੰਟਰੈਕਟ ਕਿੱਦਾਂ ਉਹ ਸਾਈਨ ਕਰਦੇ? ਪਹਿਲੀ ਤਾਂ ਗੱਲ ਇਹ ਆ। ਜੀ। ਗ੍ਰਾਂਟ ਦਾ ਜਿਹੜਾ ਉਹਨਾਂ ਦਾ ਟਾਈਮ ਸੀਗਾ ਉਹ ਨਾ ਤੇ ਸਾਡੇ ਕਰਕੇ ਮਿਸ ਹੋਇਆ, ਨਾ ਹੀ ਕਿਸੇ ਬਿਲਡਰ ਕਰਕੇ ਮਿਸ ਹੋਇਆ। ਹੁਣ ਦੂਜਾ ਜਿਹੜਾ ਪਹਿਲੂ ਆ ਗ੍ਰਾਂਟ ਦਾ, ਉਹ ਹੈਗਾ ਕੰਸਟਰਕਸ਼ਨ ਦਾ ਸ਼ੁਰੂ ਹੋਣਾ, ਫਾਈਨਾਂਸ ਦਾ ਅਵੇਲੇਬਲ ਹੋਣਾ, ਲੋਨ ਦਾ ਅਪਰੂਵ ਹੋਣਾ। ਲੋਨ ਤੇ ਉਹਨਾਂ ਦਾ ਅਪਰੂਵ ਹੋਇਆ ਨਹੀਂ, ਰਿਗਾਰਡਲੈਸ ਉਹ ਸਾਡੇ ਤੋਂ ਨਾਰਾਜ਼ ਨੇ ਜਾਂ ਕਿਸੇ ਤੋਂ ਵੀ ਨਾਰਾਜ਼ ਨੇ। ਜਦੋਂ ਉਹਨਾਂ ਦਾ ਲੋਨ ਹੀ ਨਹੀਂ ਅਪਰੂਵ ਹੋਇਆ, ਉਹਨਾਂ ਦੀ ਕੰਸਟਰਕਸ਼ਨ ਹੀ ਨਹੀਂ ਸਟਾਰਟ ਹੋਈ, ਤੇ ਉਹ ਗ੍ਰਾਂਟ ਦੇ ਐਲੀਜੀਬਲ ਕਿੱਦਾਂ ਹੋਣਗੇ? ਜੀ, ਠੀਕ ਹੈ ਨਾ। 30 ਤਰੀਕ 31 ਮਾਰਚ ਲਾਸਟ ਸੀਗੀ ਕੰਟਰੈਕਟ ਸਾਈਨ ਕਰਨ ਦੀ, ਜਿਹੜਾ ਕਿ ਸਾਡੇ ਨਾਲ ਉਹਨਾਂ ਨੇ 23 ਤਰੀਕ ਨੂੰ ਕੀਤਾ। 14 ਤਰੀਕ ਦੀ ਲਾਸਟ ਦੀ ਐਪਲੀਕੇਸ਼ਨ ਡੇਟ ਸੀ, ਜਿਹੜੀ ਕਿ ਉਹਨਾਂ ਦੀ ਅਸੀਂ ਉਹਨਾਂ ਨੂੰ ਰਾਤ ਨੂੰ ਲੇਟ ਨਾਈਟ ਤੱਕ ਹੈਲਪ ਕਰਾ ਕੇ 31 ਤਰੀਕ ਨੂੰ ਐਪਲੀਕੇਸ਼ਨ ਭਰਵਾਤੀ। 13 ਤਰੀਕ ਨੂੰ ਉਹਨਾਂ ਨੇ ਸਾਨੂੰ ਇੰਡੀਕੇਟ ਕੀਤਾ ਕਿ ਅਸੀਂ ਕੰਟਰੈਕਟ ਚੋਂ ਬਾਹਰ ਜਾਣਾ। ਜੇ ਅਸੀਂ ਉਦੋਂ ਵੀ ਉਹਨਾਂ ਨੂੰ ਕਹਿੰਦੇ ਕਿ ਹਾਂਜੀ ਵੀਰ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਠੀਕ ਆ, ਉਹ ਕਿੱਦਾਂ ਬੈਕ ਡੇਟ ਜਾ ਕੇ ਕਿਸੇ ਹੋਰ ਦੂਜੇ ਬਿਲਡਰ ਨਾਲ ਕੰਟਰੈਕਟ ਕਰਦੇ ਤੇ ਕਿੱਦਾਂ ਉਹ
ਆਪਣੀ ਗ੍ਰਾਂਟ ਨੂੰ ਸੇਵ ਕਰਦੇ ਜੇ ਉਹ ਬੈਕਡੇਟਡ ਕੰਟਰੈਕਟ ਵੀ ਕਰ ਲੈਂਦੇ ਕਿਸੇ ਬਿਲਡਰ ਦੇ ਨਾਲ। ਮੈਂ ਨਹੀਂ ਕਹਿੰਦਾ ਕਿ ਕੋਈ ਨਹੀਂ ਕਰਦਾ, ਜੇ ਕੋਈ ਕਰ ਲੈਂਦਾ ਤੇ ਜਿਹੜੀ ਐਪਲੀਕੇਸ਼ਨ ਡੇਟ ਸੀ ਉਹ ਤਾਂ ਲੰਘ ਚੁੱਕੀ ਸੀਗੀ ਜੀ। ਜੇ ਮੈਂ ਕਹਿੰਦਾ ਮਿਥੁਨ ਤਨੇਜਾ ਜੀ ਉਸ ਚੀਜ਼ ਨੂੰ ਵੀ ਅਲਟਰ ਕਰ ਲੈਂਦੇ, ਮੈਂ ਕਹਿੰਦਾ ਵੀ ਗਵਰਨਮੈਂਟ ਗ੍ਰਾਂਟ ਜਿਹੜਾ ਡਿਪਾਰਟਮੈਂਟ ਸੀ ਉਸ ਚੀਜ਼ ਨੂੰ ਵੀ ਮੰਨ ਲੈਂਦਾ ਕਿ ਬਈ ਕਸਟਮਰ ਨੇ ਬਿਲਡਰ ਚੇਂਜ ਕਰ ਲਿਆ ਜੀ। ਲੇਕਿਨ ਜਦੋਂ ਉਹਨਾਂ ਦਾ ਲੋਨ ਹੀ ਨਹੀਂ ਅਪਰੂਵ ਹੋਇਆ ਤੇ ਉਹ ਜਿਹੜੀ ਗ੍ਰਾਂਟ ਆ ਉਹ ਤੇ ਅਲਟੀਮੇਟਲੀ ਡੈਫੀਨੇਟਲੀ ਮਿਸ ਹੋਣੀ ਸੀਗੀ ਜੀ। ਹੁਣ ਸਾਡੇ ਕੋਲ ਇੱਕ ਡਾਕੂਮੈਂਟ ਉਹਨਾਂ ਵੱਲੋਂ ਆਇਆ 30 ਅਪ੍ਰੈਲ ਦਾ ਜੀ, ਜਿਹਦੇ ਵਿੱਚ ਬੈਂਕ ਵੱਲੋਂ ਈਮੇਲ ਲਿਖੀ ਹੋਈ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਆ, ਤੁਹਾਡਾ ਲੋਨ ਜਿਹੜਾ ਵਾ ਥਰੂ ਨਹੀਂ ਹੋ ਸਕਦਾ ਕਿਉਂਕਿ ਤੁਹਾਡੀ ਕੰਸਟਰਕਸ਼ਨ ਚੇਂਜ ਆ ਤੇ ਪੋਸਟ ਕੋਡ ਚੇਂਜ ਆ ਜੀ। ਉਹਦਾ ਮਤਲਬ ਕੀ ਆ? ਉਹਦਾ ਮਤਲਬ ਮੈਂ ਅੱਜ ਤੱਕ ਨਹੀਂ ਕੱਢ ਪਾਇਆ, ਲੇਕਿਨ ਇੱਕ ਕਹਿ ਲਓ ਦਿਮਾਗ ਦੀ ਘੰਟੀ ਆ ਜਾਂ ਮੇਰਾ ਸ਼ੱਕ ਆ ਜਾਂ ਮੇਰਾ ਵਹਿਮ ਆ। ਮੇਰਾ ਇਹ ਮੰਨਣਾ ਵਾ ਕਿ ਮਿਥੁਨ ਤਨੇਜਾ ਨੇ ਮਲਟੀਪਲ ਕੰਟਰੈਕਟ ਸਾਈਨ ਕੀਤੇ ਹੋਏ ਸੀਗੇ ਜੀ। ਇੱਕ ਕੰਟਰੈਕਟ ਇੱਕ ਪੋਸਟ ਕੋਡ ਤੇ ਉਹਨਾਂ ਨੇ ਸਾਡੇ ਨਾਲ ਸਾਈਨ ਕੀਤਾ ਜੀ, ਜਿਹਦੀ ਸਾਨੂੰ 6 ਮਈ ਨੂੰ ਲੈਟਰ ਆਈ। ਜੀ। ਅਸੀਂ ਉਹਨਾਂ ਨੂੰ ਕੰਟਰੈਕਟ ਤੋਂ ਰਿਲੀਜ਼ ਕਰਤਾ, ਜੀ। ਇਨਵੋਇਸ ਵੀ ਕੈਂਸਲ ਕਰਤੀ। ਇੱਕ ਸਾਨੂੰ ਈਮੇਲ ਆਈ ਸੀ 30 ਤਰੀਕ ਨੂੰ, ਉਸ ਤੋਂ ਪਹਿਲਾਂ ਕਿ ਤੁਹਾਡਾ ਲੋਨ ਪ੍ਰੋਸੈਸ ਨਹੀਂ ਹੋਣਾ ਜੀ। ਕਿਉਂਕਿ ਤੁਹਾਡੀ ਕੰਸਟਰਕਸ਼ਨ ਚੇਂਜ ਆ, ਮਤਲਬ ਪਲਾਨ ਚੇਂਜ ਆ, ਘਰ ਦਾ ਪਲਾਨ ਚੇਂਜ ਹੋ ਗਿਆ। ਦੂਜਾ ਤੁਹਾਡਾ ਪੋਸਟ ਕੋਡ ਚੇਂਜ ਹੋ ਗਿਆ ਜੀ। ਮੈਨੂੰ ਉਹ ਸਮਝ ਨਹੀਂ ਆਈ ਅੱਜ ਤੱਕ, ਨਾ ਹੀ ਮੈਂ ਉਹਦੀ ਸਟੋਰੀ ਬਣਾ ਪਾਇਆ ਜੀ। ਮੈਂ ਸਿਰਫ ਇੱਕ ਇਸ ਸਾਰ ਤੇ ਨਿਕਲਿਆ ਕਿ ਸ਼ਾਇਦ ਮੇਬੀ ਮਿਥੁਨ ਤਨੇਜਾ ਜੀ ਨੇ 2 ਕੰਟਰੈਕਟ ਸਾਈਨ ਕੀਤੇ ਸੀਗੇ, ਸ਼ਾਇਦ ਮਿਥੁਨ ਤਨੇਜਾ ਜੀ ਨੇ 3 ਕੰਟਰੈਕਟ ਸਾਈਨ ਕੀਤੇ ਸੀ। ਇਹ ਕੋਈ ਮੇਰੇ ਵੱਲੋਂ ਐਲੀਗੇਸ਼ਨ ਨਹੀਂ ਹੈਗਾ, ਇਹ ਮੇਰੇ ਆਪਣੇ ਦਿਮਾਗ ਦੀ ਸੋਚ ਆ। ਉਸ ਕਰਕੇ ਉਹਨਾਂ ਦੀ ਗ੍ਰਾਂਟ ਮਿਸ ਨਹੀਂ ਹੋਈ। ਗ੍ਰਾਂਟ ਉਹਨਾਂ ਦੀ ਮਿਸ ਹੋਈ ਆ ਕਿਉਂਕਿ ਉਹਨਾਂ ਦਾ ਆਪ ਦਾ ਲੋਨ ਰਿਜੈਕਟ ਹੋ ਗਿਆ। ਭਾਜੀ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ, ਇੱਥੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਜਲਦੀ। ਅੱਜ ਤੱਕ ਜਿੰਨੇ ਵੀ ਇੰਟੀਗ੍ਰੇਟਿਡ ਹੋਮਸ ਦੇ ਕਸਟਮਰ ਆ ਸਾਰੇ ਵੈਲ ਸੈਟੀਸਫਾਈਡ ਨੇ, ਕਿਸੇ ਦੀ ਕੋਈ ਕੰਪਲੇਂਟ ਨਹੀਂ ਆਈ ਜਾਂ ਇਸ਼ੂਸ ਨਹੀਂ ਆਏ ਸਰਵਿਸਿਜ਼ ਵੱਲੋਂ? ਸਾਡੇ ਵੀਰੇ ਸਾਰੇ ਕਸਟਮਰ ਹੈਪੀ ਨੇ। ਮੈਂ ਨਹੀਂ ਕਹਿੰਦਾ ਕਿ ਕਿਸੇ ਕਸਟਮਰ ਨੂੰ ਸਾਡੇ ਤੋਂ ਕੋਈ ਵੀ ਇਸ਼ੂ ਆਇਆ ਹੋਊਗਾ। ਜੇ ਕਿਸੇ ਕਸਟਮਰ ਨੂੰ ਸਾਡੇ ਵੱਲੋਂ ਕੋਈ ਇਸ਼ੂ ਵੀ ਆਇਆ ਵਾ ਅਸੀਂ ਉਹਨੂੰ ਰਿਜ਼ੋਲਵ ਕੀਤਾ ਵਾ ਜੀ। ਇੰਨੀ ਹੱਦ ਤੱਕ ਨਾਰਾਜ਼ਗੀ, ਇੰਨੀ ਹੱਦ ਤੱਕ ਗੁੱਸਾ, ਇੰਨੀ ਹੱਦ ਤੱਕ ਅਪਸੈਟਨੈਸ, ਆਪਣਾ ਵੀ ਨੁਕਸਾਨ ਸਾਡਾ ਵੀ ਨੁਕਸਾਨ, ਆਪਣੀ ਵੀ ਡੀਫੇਮੇਸ਼ਨ ਸਾਡੀ ਵੀ ਡੀਫੇਮੇਸ਼ਨ, ਇੰਨੇ ਲੋਕਾਂ ਨੂੰ ਮੈਸੇਜ, ਇੰਨਾ ਜ਼ਿਆਦਾ ਇਹ ਜਿਹੜਾ ਸਰਕਲ ਕ੍ਰੀਏਟ ਕੀਤਾ ਗਿਆ। ਮੈਨੂੰ ਇੰਨੇ ਸਾਲ ਹੋ ਗਏ ਇਸ ਕੰਟਰੀ ਦੇ ਵਿੱਚ ਬਿਜ਼ਨਸ ਕਰਦੇ ਨੂੰ, ਅੱਜ ਤੱਕ ਇੰਟੀਗ੍ਰਿਟੀ ਨੂੰ ਛੱਡੋ, ਇਸ ਤੋਂ ਪਹਿਲਾਂ ਮੈਂ ਬਾਕੀ ਕੰਪਨੀਆਂ ਨਾਲ ਵੀ ਕੰਮ ਕੀਤਾ, ਕਦੀ ਵੀ ਕਿਸੇ ਕਲਾਇੰਟ ਨਾਲ ਇੰਨਾ ਡਿਸਪਿਊਟ ਨਹੀਂ ਹੋਇਆ ਜੀ। ਮੇਰਾ ਮੰਨਣਾ ਇਹ ਆ ਕਿ ਕੁਝ ਹੱਦ ਤੱਕ ਮਿਥੁਨ ਤਨੇਜਾ ਜੀ ਨੇ, ਤੁਸੀਂ ਫੇਸਬੁੱਕ ਦੇ ਕਮੈਂਟਾਂ ਵਿੱਚ ਵੀ ਜਾਓਗੇ, ਉਹਨਾਂ ਵਿੱਚ ਵੀ ਤੁਸੀਂ ਲੋਕਾਂ ਦੇ ਕਮੈਂਟ ਪੜ੍ਹੋਗੇ, ਲੋਕਾਂ ਨੇ ਲਿਖਿਆ ਹੋਇਆ ਕਿ ਵੀ ਆਪਣੀ ਮਿਸਟੇਕ ਕਰਕੇ ਉਹਨਾਂ ਨੇ ਆਪਣੀ ਗਲਤੀ ਕੀਤੀ ਤੇ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰੀ ਆ, ਨਾਲ ਉਹ ਸਾਨੂੰ ਵੀ ਖਿੱਚ ਜਾਂਦੇ ਆ ਜੀ। ਠੀਕ ਹੈ ਨਾ? ਠੀਕ ਹੈ ਜੀ। ਦਰਸ਼ਕੋ ਅੱਜ ਸਾਨੂੰ ਬਹੁਤ ਹੀ ਗੱਲਾਂ ਤੁਹਾਨੂੰ ਹੋਰ ਵੀ ਸੁਣਨ ਨੂੰ ਮਿਲੀਆਂ। ਜਿਹੜਾ ਅੱਗੇ ਮੈਟਰ ਤੁਹਾਡੇ ਸਾਹਮਣੇ ਆਇਆ ਸੀਗਾ ਉਹ ਇੱਕ ਪਾਸੇ ਦਾ ਸੀਗਾ ਤੇ ਅੱਜ ਦੂਜੇ ਪਾਸੇ ਦਾ ਵੀ ਤੁਹਾਨੂੰ ਗੱਲਾਂ ਸੁਣਨ ਨੂੰ ਮਿਲੀਆਂ ਨੇ। ਨਵੇਂ ਸਵਾਲ ਇੱਥੇ ਖੜੇ ਹੁੰਦੇ ਨੇ ਤੇ ਖੜੇ ਹੁੰਦੇ ਵੀ ਰਹਿਣਗੇ ਜਿੰਨਾ ਚਿਰ ਡਿਸਪਿਊਟ ਰਿਜ਼ੋਲਵ ਨਹੀਂ ਹੁੰਦਾ। ਅਸੀਂ ਪੰਜਾਬੀ ਕਮਿਊਨਿਟੀ ਦੇ ਜਿੰਨੇ ਵੀ ਆਪਣੇ ਮਿੱਤਰ ਸੱਜਣ ਨੇ ਸਾਰਿਆਂ ਅੱਗੇ ਇਹੀ ਦਰਖਾਸਤ ਕਰਦੇ ਹਾਂ ਕਿ ਇਸ ਚੀਜ਼ ਨੂੰ ਜਿੱਥੇ ਵੀ ਜੀ ਇੱਕ ਚੀਜ਼ ਨੂੰ ਮੈਂ ਹੋਰ ਐਡ ਕਰਨਾ ਚਾਹੂੰਗਾ। ਜਦੋਂ ਵੀ ਆਪਾਂ ਜਸਟ ਟੂ ਗਿਵ ਇਨਫੋਰਮੇਸ਼ਨ ਟੂ ਆਪਣੀ ਪਬਲਿਕ ਨੂੰ ਇਨਫੋਰਮੇਸ਼ਨ ਦੇਣ ਲਈ, ਦੱਸਣ ਲਈ ਕਿ ਬਈ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹ ਚੀਜ਼ ਠੀਕ ਨਹੀਂ ਹੁੰਦੀ। ਜਦੋਂ ਵੀ ਆਪਾਂ ਕਿਸੇ ਇੱਕ ਬਿਲਡਰ ਨਾਲ ਜਾਂ ਕਿਸੇ ਵੀ ਚੀਜ਼ ਦੇ ਘਰ ਦੀ ਰੈਨੋਵੇਸ਼ਨ ਨਾਲ ਜਾਂ ਗੱਡੀ ਦੇ ਕੰਟਰੈਕਟ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਵੀ ਆਪਾਂ ਐਂਟਰ ਕਰਦੇ ਹਾਂ, ਆਪਾਂ ਨੈਗੋਸੀਏਸ਼ਨ ਕਰਦੇ ਹਾਂ, ਆਪਾਂ ਨੂੰ ਨੈਗੋਸੀਏਸ਼ਨ ਕਰਨ ਦਾ ਪੂਰਾ ਹੱਕ ਹੈਗਾ ਵਾ। ਲੇਕਿਨ ਆਪਾਂ ਨੂੰ ਦੂਜੇ ਬਿਲਡਰਾਂ ਦੀਆਂ, ਥਰਡ ਪਾਰਟੀ ਲੋਕਾਂ ਦੀਆਂ ਇਨਫੋਰਮੇਸ਼ਨਾਂ ਜਿਸ ਬੰਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਉਹਨੂੰ ਡਿਸਕਲੋਜ਼ ਨਹੀਂ ਕਰਨੀਆਂ ਚਾਹੀਦੀਆਂ। ਪਹਿਲੀ ਤਾਂ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਡਿਸਪਿਊਟ ਹੋ ਗਿਆ, ਗਵਰਨਮੈਂਟ ਦੀਆਂ ਬੋਡੀਆਂ ਬੈਠੀਆਂ ਨੇ ਉੱਪਰ ਇਸ ਡਿਸਪਿਊਟ ਨੂੰ ਹੈਂਡਲ ਕਰਨ ਵਾਸਤੇ, ਜਿਹੜੀ ਕਿ QBCC ਹੈਗੀ ਆ, ਉਹਨਾਂ ਨੇ ਵੀ ਜਵਾਬ ਦਿੱਤਾ। ਉਹਨਾਂ ਨੇ ਕਿਉਂ ਜਵਾਬ ਦਿੱਤਾ? ਕਿਉਂਕਿ ਉਹਨਾਂ ਨੂੰ ਇਸ ਕੇਸ ਦੇ ਵਿੱਚ ਕੁਝ ਗਲਤੀ ਨਹੀਂ ਲੱਭੀ। ਜੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਗਲਤੀ ਲੱਭੀ ਹੁੰਦੀ, ਉਹਨਾਂ ਨੇ ਸਾਡੇ ਗਲੇ ਤੇ ਆ ਕੇ ਬੈਠੇ ਹੋਣਾ ਸੀਗਾ, ਸਾਨੂੰ ਉਹਨਾਂ ਨੇ ਪੂਰਾ ਨੱਪਿਆ ਹੋਣਾ ਸੀਗਾ, ਸਾਨੂੰ ਫਾਈਨ ਵੀ ਠੁਕਣਾ ਸੀਗਾ, ਅਸੀਂ ਮਾਫੀਆਂ ਵੀ ਮੰਗਣੀਆਂ ਸੀਗੀਆਂ, ਵਿਚ ਇਜ਼ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ QBCC ਨੂੰ ਵੀ ਗਲਤ ਨਹੀਂ ਲੱਭਾ ਕੁਝ। ਸਾਡੀ ਇਨਫੋਰਮੇਸ਼ਨ ਪ੍ਰਾਈਵੇਟ ਤੇ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਕਲਾਇੰਟ ਦੀ ਅਸੀਂ ਕੇਸ ਪੋਸਟ ਨੂੰ ਨਾ ਦੇਣ ਕਰਕੇ ਅੱਜ ਇਹ ਇੰਟਰਵਿਊ ਦਾ ਮੁੱਦੇ ਤੱਕ ਪਹੁੰਚੇ ਆ ਕਿ ਸਾਨੂੰ ਅੱਜ ਦੀ ਡੇਟ ਦੇ ਵਿੱਚ ਆਪਣੀ ਕਮਿਊਨਿਟੀ 'ਚ ਆਪਣੀ ਆਵਾਜ਼ ਤੇ ਪਹੁੰਚਾਉਣੀ ਚਾਹੀਦੀ ਆ। ਜੇ ਅਸੀਂ ਸਾਰਾ ਕੁਝ ਕਲਾਇੰਟ ਦੀ ਕੌਨਫੀਡੈਂਸ਼ੀਅਲਿਟੀ ਨੂੰ ਤੋੜ ਕੇ, ਆਪਣੇ ਰੂਲ ਰੈਗੂਲੇਸ਼ਨ ਨੂੰ ਤੋੜ ਕੇ ਕੇਸ ਪੋਸਟ ਦੇ ਵਿੱਚ ਇਹ ਖਬਰ ਪਹਿਲਾਂ ਹੀ ਦੇ ਦਿੰਦੇ, ਪੂਰੇ ਸਬੂਤ ਪੂਰੇ ਪਹਿਲਾਂ ਦੇ ਦਿੰਦੇ ਤੇ ਕੇਸ ਪੋਸਟ ਖਬਰ ਨਹੀਂ ਸੀ ਆਣੀ। ਲੇਕਿਨ ਹੁਣ ਡਿਸਪਿਊਟ ਹੋ ਗਿਆ, ਹੁਣ ਇਹਦੇ ਵਿੱਚ ਤੁਸੀਂ ਗਵਰਨਮੈਂਟ ਬੋਡੀ ਨੂੰ ਇਨਵੋਲਵ ਕਰੋ, ਤੁਸੀਂ ਤੀਜੇ ਬਿਲਡਰ ਨੂੰ ਇਨਵੋਲਵ ਕਰ ਰਹੇ ਹੋ,
ਸਾਡੇ ਕੋਲ ਉਹ ਵੀ ਪ੍ਰੂਵ ਹੈਗੇ ਨੇ ਕਿ ਸਾਡੀ ਜਿਹੜੀ ਕਮਿਊਨੀਕੇਸ਼ਨ ਮਿਥੁਨ ਤਨੇਜਾ ਜੀ ਨਾਲ ਚੱਲਦੀ ਪਈ ਆ, ਉਹ ਇੱਕ ਕੰਪੀਟੀਟਰ ਬਿਲਡਰ ਹੈ ਜਿਹਨੂੰ ਉਹ ਫੀਡ ਕੀਤੀ ਜਾ ਰਹੀ ਹੈ। ਤੇ ਕੰਪੀਟੀਟਰ ਬਿਲਡਰ ਨੇ ਅੱਗੋਂ ਇਸ ਅੱਗ ਦੇ ਵਿੱਚ ਪਾਣੀ ਪਾਉਣ ਦੀ ਬਜਾਏ ਸਿਆਣੇ ਹੋ ਕੇ ਇਸ ਮੈਟਰ ਨੂੰ ਪਿਆਰ ਨਾਲ ਸੁਲਝਾ ਕੇ ਬੈਠ ਕੇ ਮੈਟਰ ਨੂੰ ਖਤਮ ਕਰਨ ਦੀ ਬਜਾਏ ਕਿ ਇੱਕ ਛੋਟੀ ਜਿਹੀ ਕੇਸ ਦੀ ਕਮਿਊਨਿਟੀ ਹੈ, ਉਹਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਇੰਨੀ ਵੱਡੀ ਹੋ ਗਈ, ਸਾਡੇ ਕੰਪੀਟੀਟਰ ਬਿਲਡਰ ਨੇ ਉੱਤੋਂ ਦੀ ਲੀਟਰ ਭਰ ਕੇ ਉਹਦੇ ਵਿੱਚ ਫਿਊਲ ਪਾ ਦਿੱਤਾ ਗਿਆ ਜੀ। ਮਿਥੁਨ ਤਨੇਜਾ ਜੀ ਕੋ ਅੱਜ ਦੀ ਡੇਟ ਦੇ ਵਿੱਚ ਸਾਡੇ ਸਾਰੇ ਕਲਾਇੰਟ ਜਿਹੜੇ ਸਾਡੇ ਨਾਲ ਘਰ ਬਣਾ ਰਹੇ ਨੇ ਉਹਨਾਂ ਦੇ ਫ਼ੋਨ ਨੰਬਰ ਹੈਗੇ ਨੇ। ਮਿਥੁਨ ਤਨੇਜਾ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਫ਼ੋਨ ਮਾਰਿਆ, ਸਾਡੇ ਬਾਰੇ ਦੱਸਿਆ ਕਿ ਇੰਟੈਗ੍ਰਿਟੀ ਕਿੰਨੀ ਮਾੜੀ ਆ। ਕਈ ਕਲਾਇੰਟਾਂ ਨੇ ਮਿਥੁਨ ਤਨੇਜਾ ਜੀ ਨੂੰ ਘੁੰਮ ਕੇ ਵਾਪਸ ਜਵਾਬ ਵੀ ਦਿੱਤਾ ਕਿ ਵੀਰੇ ਸਾਡਾ ਉਹਨਾਂ ਤੇ ਪੂਰਾ ਕੌਨਫੀਡੈਂਸ ਆ, ਵੀ ਆਰ ਹੈਪੀ ਵਿਦ देयर ਸਰਵਿਸ, ਦੇ ਹੈਵ ਗॉट ਨਥਿੰਗ ਟੂ ਰੋਂਗ। ਤੇ ਫਿਰ ਵੀ ਇਹ ਕੁਝ ਕੀਤਾ ਜਾ ਰਿਹਾ, ਇਹ ਸਭ ਤਾਂ ਕੀਤਾ ਜਾ ਰਿਹਾ ਵਾ ਕਿਉਂਕਿ ਸਾਡੇ ਕੰਪੀਟੀਟਰ ਨੇ ਉਹ ਇਸ ਅੱਗ 'ਚ ਤੇਲ ਪਾ ਰਹੇ ਨੇ, ਵਿਚ ਇਜ਼ ਓਕੇ, ਉਹਨਾਂ ਦਾ ਰਾਈਟ ਬਣਦਾ ਵਾ। ਜੇ ਉਹਨਾਂ ਨੂੰ ਠੀਕ ਲੱਗਦਾ, ਜੇ ਉਹ ਕਰਦੇ ਪਏ ਨੇ, ਉਹਨਾਂ ਨੂੰ ਮਜ਼ਾ ਆ ਰਿਹਾ ਇਸ ਚੀਜ਼ ਦੇ ਵਿੱਚ, ਵਧੀਆ ਲੱਗ ਰਿਹਾ, ਦੈਟਸ ਗੁੱਡ। ਬਟ ਐਜ਼ ਅ ਕਲਾਇੰਟ ਤੁਸੀਂ ਇੱਕ ਬੰਦੇ ਦੀ ਇਨਫੋਰਮੇਸ਼ਨ ਦੂਜੇ ਬੰਦੇ ਨੂੰ ਨਹੀਂ ਦੇ ਸਕਦੇ। ਨੈਗੋਸ਼ੀਏਸ਼ਨ ਕਰੋ, ਜੀ ਸਦਕੇ ਕਰੋ, ਪੂਰੇ ਸੀਨਾ ਚੌੜਾ ਕਰਕੇ ਨੈਗੋਸ਼ੀਏਸ਼ਨ ਕਰੋ, ਬਟ ਲੀਗਲ ਈਮੇਲਾਂ, ਲੀਗਲ ਡਾਕੂਮੈਂਟ, ਲੀਗਲ ਪ੍ਰੋਸੀਡਿੰਗ, ਸਾਈਨ ਕੀਤੇ ਹੋਏ ਡਾਕੂਮੈਂਟ, ਲਟਰਮ ਪਟਰਮ, ਇੱਦਾਂ ਦੀਆਂ ਚੀਜ਼ਾਂ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਤੁਸੀਂ ਵੀ ਜਦੋਂ ਕੰਟਰੈਕਟ ਸਾਈਨ ਕਰਦੇ ਹੋ ਤੁਸੀਂ ਵੀ ਕੌਨਫੀਡੈਂਸ਼ੀਅਲਿਟੀ ਨਾਲ ਬਾਉਂਡ ਹੁੰਦੇ ਹੋ ਜੀ। ਬਹੁਤ ਧੰਨਵਾਦ ਤੀਜੇ ਤੁਹਾਡਾ। ਹੁਣ ਅਸੀਂ ਇਹ ਦੋਵੇਂ ਪੱਖ ਦਰਸ਼ਕਾਂ ਨੇ ਸੁਣ ਲਿਆ, ਇਹ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਕਿਹੜਾ ਪੱਖ ਚੁਣਨਾ ਹੈ। ਅਸੀਂ ਮਿਥੁਨ ਤਨੇਜਾ ਦੀ ਗੱਲ ਵੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਟੀਜੇ ਭਾਜੀ ਦੀ ਵੀ ਅਸੀਂ ਤੁਹਾਡੇ ਸਾਹਮਣੇ ਰੱਖੀ ਆ। ਦਰਸ਼ਕਾਂ ਦਾ ਇਹ ਨੇ ਡਿਸੀਜਨ ਲੈਣਾ ਹੈ ਕਿ ਉਹ ਕਿਹਨੂੰ ਸਹੀ ਮੰਨਦੇ ਆ ਤੇ ਕਿਹਨੂੰ ਗਲਤ। ਪਰ ਅਸੀਂ ਆਸ ਕਰਦੇ ਹਾਂ ਕਿ ਇਹ ਡਿਸਪਿਊਟ ਛੇਤੀ ਤੋਂ ਛੇਤੀ ਸੋਲਵ ਹੋਏਗਾ ਤਾਂ ਕਿ ਦੋਵੇਂ ਧਿਰਾਂ ਆਪਦੀ ਲਾਈਫ ਵਿੱਚ ਖੁਸ਼ ਰਹਿਣ ਤੇ ਜਿੰਨੇ ਵੀ ਬਿਜ਼ਨਸ ਆ ਉਹ ਤਰੱਕੀ ਵੱਲ ਜਾਣ ਤੇ ਜਿੰਨੇ ਵੀ ਨਿਊ ਹੋਮ ਬਾਇਰਸ ਨੇ ਜਾਂ ਬਿਲਡ ਕਰ ਰਹੇ ਨੇ, ਆਪਣਾ ਨਵਾਂ ਘਰ ਬਣਾ ਰਹੇ ਨੇ ਲੋਕ, ਉਹ ਆਪਦਾ ਘਰ ਬਣਾਉਣ ਤੇ ਆਪਦੇ ਆਸ਼ੀਆਨੇ ਵਿੱਚ ਰਹਿਣ। ਧੰਨਵਾਦ ਜੀ। ਫਿਰ ਜੁੜਾਂਗੇ ਕੇਂਸ ਪੰਜਾਬੀ ਨਿਊਜ਼ ਤੇ।